ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। मैन वर्सेस वूमेन प्रोग्राम लैके असी हाजिर अज तुहाडे नाल फिर इस मंच के उपर। सो जिवें कि वूमेंस डे ते असी गल कीती सी कि वूमेंस राइट्स के बारे ते काफ़ी सारे सवाल साडे दर्शकों ने उस टाइम कीते सीगे कि सिर्फ वूमेंस की गल की जा रही है, लेकिन असी वूमेंस की नहीं वूमेन ते मैंस दोनों की ही गल की सी ते अज फिर असी उस विषय नूं लैके हाजिर होए आ कि मैन एंड वूमेन दोनों ही एक दूसरे ਲਈ वैल्यूएबल ਹਨ। एक ही ਗੱਡੀ ਦੇ ਦੋ पहिए ਹਨ, दोनों बिना एक दूजे ਦੇ बिना अधूरे ਹਨ ਤੇ सृष्टि ਦੇ रचनहार ਹਨ ਤੇ ਦੋਨਾਂ ਨੂੰ ਮਿਲ ਕੇ ਹੀ सृष्टि ਦੀ रचना ਹੁੰਦੀ ਹੈ ਇੱਕ ਨਵੀਂ ਚੀਜ਼। ਸੋ ਉਹਨਾਂ ਦੇ ਕੁਝ ਅਧਿਕਾਰ ਵੀ ਹਨ, ਕੁਝ ਉਹਨਾਂ ਲਈ ਗਵਰਨਮੈਂਟ ਵੱਲੋਂ ਕਾਨੂੰਨ ਵੀ ਬਣਾਏ ਗਏ ਹਨ। ਸੋ ਇਸੇ ਵਿਸ਼ੇ ਤੇ ਅਸੀਂ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਵਕਤ हाजिर ने सुखबीर सिंह जी, अटॉर्नी ऑफ लॉ न्यूयॉर्क। Also he is judge New York City Office of Administrative Trial and Hearing, presenting over cases of 36 different city of New York agencies including Department of Building. So he is very experienced and very intelligent. So you guys can talk. I mean you can call जिस तरह की तुसी अगे कॉल करके जुड़दे हो, इसी तरह कॉल करके तुसी सवाल भी पूछ सकते हो। नाल ही नाल साडे नाल ने डॉक्टर डिम्पी गुप्ता जी। डिम्पी गुप्ता जी अपने BDS MBA ने और अगे भी अपने नाल इन्ने सारे शो कर चुके हैं। इंडस हॉस्पिटल दे रिलेशनशिप मैनेजर भी ने ते बहुत ही इंटैलीजेंट ने, आर्टिकल भी तुसी इन्हां दे पढ़दे हो। सो अज असी गलबात करांगे इन्हां दोनों दे नाल इस विषय ते। गल शुरू करदे हां, स्टार्ट करदे हां आपां सुखबीर जी तो। हाँ जी सुखबीर सिंह जी, बहुत बहुत स्वागत तुहाडा ते थैंक यू सो मच ज्वाइनिंग दिस शो। सो फर्स्ट तुसी दर्शकों को एक बार आप भी अपनी इंट्रोडक्शन देना प्लीज, ते उस तो बाद आपां रिलेशनशिप ऑफ इन बिटवीन मेंस एंड वुमेन्स ते तुसी गल करनी है। सो प्लीज। ਪ੍ਰਿਤਪਾਲ जी, ਸਮੂਹ ਸਾਧ ਸੰਗਤ ਨੂੰ ਮੇਰੀ ਪਿਆਰ हाँ जी ਭਰੀ सुखबीर सिंह जी। ਆ ਰਹੀ ਜੀ ਆਵਾਜ਼? सुखबीर जी ਹਾਂਜੀ, आवाज आ रही है मेरी? ਹਾਂਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਨਮਸਕਾਰ, ਸਲਾਮ। ਮੈਨੂੰ ਬਹੁਤ ਖੁਸ਼ੀ ਹੈ ਪਹਿਲੀ ਵਾਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਜੁਆਇਨ ਹੁੰਦਿਆਂ ਹੋਇਆਂ। ਕਾਫੀ ਚਿਰ ਤੋਂ ਮੇਰਾ ਵਿਸ਼ਾ ਸੀ ਕਿ ਬਈ ਇਸ ਪ੍ਰੋਗਰਾਮ ਦੇ ਵਿੱਚ ਪਾਰਟ ਲਿੱਤਾ ਜਾਵੇ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰਿਤਪਾਲ ਜੀ, ਆਪ ਜੀ ਨੇ ਅੱਜ ਸੱਦਾ ਦਿੱਤਾ। ਟੌਪਿਕ ਤੁਸੀਂ ਬਹੁਤ ਵਧੀਆ ਚੁਣਿਆ ਹੈਗਾ। ਇਹ ਟੌਪਿਕ ਦੇ ਡਿਸਕਸ਼ਨ ਹੋਣੀ ਬਹੁਤ ਜ਼ਰੂਰੀ ਹੈ। ਇਹ ਸਮੇਂ ਦੀ ਨੀਡ ਹੈ, ਅੱਜ ਦੇ ਸਮੇਂ ਦੀ ਵੀ ਇਹ ਜ਼ਰੂਰਤ ਹੈ ਕਿ ਆਪਾਂ ਇਹਦੇ ਜਿਹੜੇ ਥੋੜ੍ਹੀਆਂ ਜਿਹੀਆਂ ਡਾਇਰੈਕਸ਼ਨਸ ਨਿਕਲਦੀਆਂ ਨੇ ਇਹਦੇ ਵਿੱਚੋਂ, ਇਸ ਟੌਪਿਕ ਦੇ ਵਿੱਚੋਂ, ਉਹਨਾਂ ਤੇ ਵੀ ਇੰਡੀਵਿਜੂਅਲੀ ਆਪਾਂ ਗੱਲਬਾਤ ਕਰੀਏ। ਸੋ ਸਭ ਤੋਂ ਪਹਿਲੋਂ ਜਿਹੜਾ ਤੁਸੀਂ ਕਿਹਾ ਕਿ ਵੀ ਮੈਨ ਐਂਡ ਵੂਮਨ जी ਤੇ ਜੈਂਡਰ ਇਕੁਐਲਿਟੀ, ਕਿ ਅੱਜ ਜੈਂਡਰ ਇਕੁਐਲਿਟੀ ਹੈ ਆਦਮੀ ਔਰਤ ਦੇ ਵਿੱਚ ਕਿ ਨਹੀਂ? 2021 ਦੇ ਵਿੱਚ ਆਪਾਂ ਬੈਠੇ ਹਾਂ। हाँ जी ਇਹਨੂੰ ਆਪਾਂ ਥੋੜਾ ਜਿਹਾ ਪਿੱਛੇ ਲੈ ਜਾਈਏ ਜੇ ਆਪਾਂ ਇਹਨੂੰ ਸਪਿਰਿਚੁਅਲ ਵਰਲਡ ਦੇ ਵਿੱਚ ਜਾ ਕੇ ਦੇਖੀਏ ਕਿ ਵੀ ਇਹ ਗੱਲ ਸ਼ੁਰੂ ਕਿੱਥੋਂ ਹੋਈ, ਪਹਿਲਾਂ ਕਿ ਵੀ ਔਰਤ ਮਰਦ ਦਾ ਚੱਕਰ ਕਿੱਥੋਂ ਸ਼ੁਰੂ ਹੋਇਆ। ਸੋ ਗੁਰਬਾਣੀ ਗੁਰੂ ਦੇ ਵਿੱਚ ਗੁਰੂ ਸਾਹਿਬਾਨ, ਭਗਤਾਂ ਨੇ, ਭੱਟਾਂ ਨੇ ਬੜਾ ਖੁੱਲ ਕੇ ਸਮਝਾਇਆ ਭਾਈ ਕਿ ਜਿਹੜਾ ਤੁਸੀਂ ਸਰੀਰ ਦੇਖਦੇ ਹੋ ਨੇਤਰਾਂ ਰਾਹੀਂ, ਇੱਕ ਔਰਤ ਹੈ ਤੇ ਇੱਕ ਮਰਦ ਹੈ। ਇਹ ਉਸ ਪ੍ਰਮਾਤਮਾ ਨੇ ਆਪ ਦੋਨੋਂ ਸਰੀਰ ਬਣਾਏ ਨੇ, ਜਿਸ ਨੂੰ ਗੁਰਬਾਣੀ ਵਿੱਚ ਦੱਸਿਆ, ਕਹਿੰਦੇ ਏਕਾ ਮਾਈ ਕਿਹਾ ਕਾਲ ਨੂੰ, ਉਹਦੀ ਸ਼ਕਤੀ ਨੂੰ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਵਰ ਪਰਵਾਨ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਵੇ ਦੀਵਾਨ।
ਕਹਿੰਦੇ ਕਿ ਤਰੀਕੇ ਦੇ ਨਾਲ ਪ੍ਰਮਾਤਮਾ ਨੇ ਪੁਤਲੇ ਬਣਾ ਕੇ ਕਾਲ ਨੇ ਪੁਤਲੇ ਬਣਾ ਕੇ ਪ੍ਰਮਾਤਮਾ ਅੱਗੇ ਪੇਸ਼ ਕੀਤੇ ਕਿ ਮਹਾਰਾਜ ਆ ਬਣਾਏ ਨੇ, ਤੁਹਾਨੂੰ ਪ੍ਰਵਾਨ ਨੇ। ਜਦੋਂ ਪ੍ਰਵਾਨਗੀ ਮਿਲੀ, ਇਹ ਗੁਰਬਾਣੀ ਵਿੱਚ ਸਾਨੂੰ ਸਮਝਾਇਆ ਹੈਗਾ ਕਿ ਕਿਸ ਤਰ੍ਹਾਂ ਮੈਨ ਐਂਡ ਵੂਮਨ ਹੋਂਦ ਵਿੱਚ ਆਏ। ਜਿਹੜੇ ਦੂਸਰੇ ਧਰਮਾਂ ਦੇ ਵਿੱਚ ਸਾਨੂੰ ਸਮਝਾਇਆ ਜਾਂਦਾ ਹੈਗਾ, ਲਿਖਿਆ ਹੋਇਆ ਕਿ ਪਹਿਲੇ ਐਡਮ ਐਂਡ ਈਵ ਆਏ ਗਾਰਡਨ ਆਫ ਈਡਨ ਦੇ ਵਿੱਚ, ਉਹਨਾਂ ਨੇ ਕੋਈ ਸੇਬ ਵਗੈਰਾ ਕੋਈ ਇਸ ਤਰ੍ਹਾਂ ਦੀ ਗੱਲ ਸੀਗੀ। ਪਰ ਗੁਰਬਾਣੀ ਦੇ ਵਿੱਚ ਸਾਨੂੰ ਖੁੱਲ ਕੇ ਸਮਝਾ ਦਿੱਤਾ ਕਿ ਭਾਈ ਤੁਹਾਡੇ ਸਰੀਰ ਜਿਹੜੇ ਬਣਾਏ ਨੇ, ਕਿੰਨੇ ਬਣਾਏ ਨੇ, ਕਿਸ ਤਰ੍ਹਾਂ ਬਣਾਏ ਨੇ। ਫਿਰ ਉਹਦੇ ਵਿੱਚ ਦੱਸਿਆ ਕਿ ਵੀ ਇਹ ਸਰੀਰ ਤਾਂ ਇੱਕ ਪੁਤਲਾ ਹੈ ਔਰਤ ਤੇ ਮਰਦ ਦਾ। ਉਹਦੇ ਵਿੱਚ ਜਿਹੜਾ ਅਸਲੀ ਤੁਹਾਡਾ ਸਰੀਰ ਹੈ, ਉਹ ਨਾ ਉਹਦਾ ਕੋਈ ਜੈਂਡਰ ਹੈ, ਉਹਦਾ ਕੋਈ ਮੇਲ ਨਹੀਂ, ਕੋਈ ਫੀਮੇਲ ਨਹੀਂ, ਜਿਸ ਨੂੰ ਕਹਿੰਦੇ ਨੇ ਗੁਰਬਾਣੀ ਦੇ ਵਿੱਚ, ਵੇਦਾਂ ਦੇ ਵਿੱਚ ਕਹਿੰਦੇ ਨੇ ਸੂਖਸ਼ਮ ਮੂਰਤ। ਗੁਰਬਾਣੀ ਦੇ ਵਿੱਚ ਗੁਰੂਆਂ ਨੇ ਕਿਹਾ ਸੁਖਮ ਮੂਰਤ। ਗੁਰਬਾਣੀ ਦੱਸਿਆ ਹੈਗਾ, ਕਹਿੰਦੇ ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਕਹਿੰਦੇ ਔਰਤ ਤੇ ਮਰਦ ਦਾ ਜਿਹੜਾ ਆਕਾਰ ਹੈ, ਇਹ ਸੁਖਮ ਦੇ ਉੱਤੇ ਚੜਾਇਆ ਹੋਇਆ। ਸੁਖਮ ਜੋ ਕਿ ਮਨ ਤੇ ਆਤਮਾ ਦਾ ਬਣਿਆ ਇੱਕ ਢਾਂਚਾ ਹੁੰਦਾ ਹੈ, ਉਹ ਇਸ ਸਰੀਰ ਦੇ ਅੰਦਰ, ਸਾਡੇ ਅੰਦਰ ਇੱਕ ਸੁਖਮ ਮੂਰਤ ਹੈ। ਜੇ ਆਪਾਂ ਇਹਨੂੰ ਪਿਕਚਰ ਕਰੀਏ, ਗੁਰਬਾਣੀ ਖੁੱਲ ਕੇ ਸਮਝਾਉਂਦੀ ਹੈ, ਕਹਿੰਦੇ ਉਹ ਜਿਹੜਾ ਅਸਲੀ ਸਰੀਰ ਹੈ ਤੁਹਾਡਾ, ਉਹ ਜਿਹੜਾ ਅੰਦਰਲਾ ਸਰੀਰ ਹੈ, ਉਹ ਨੇਤਰਾਂ ਰਾਹੀਂ ਤੁਸੀਂ ਬਾਹਰ ਸੰਸਾਰ ਨੂੰ ਦੇਖਦੇ ਪਏ ਹੋ। ਇਹ ਨਾ ਸੋਚੋ ਕਿ ਆਹ ਜਿਹੜੀ ਮਾਸ ਤੇ ਬਲੱਡ ਦਾ ਜਿਹੜਾ ਬੋਨਸ ਦਾ ਜਿਹੜਾ ਸਟਰਕਚਰ ਹੈਗਾ, ਇਹ ਤੁਹਾਡਾ ਅਸਲੀ ਸਰੀਰ ਹੈ। ਕਹਿੰਦੇ ਨਹੀਂ, ਇਹ ਭੁਲੇਖੇ ਦੇ ਵਿੱਚ ਨਾ ਰਹਿ ਜਾ ਜੇ ਕਿ ਮੈਂ ਔਰਤਾਂ ਤੇ ਮੈਂ ਮਰਦਾਂ ਤੇ ਆਪਾਂ ਵੱਖ ਹਾਂ। ਕਹਿੰਦੇ ਕਿ ਜਿਹੜਾ ਅੰਦਰਲਾ ਤੁਹਾਡਾ ਸਰੀਰ ਹੈ, ਜਿਹੜਾ ਸੁਖਮ ਮੂਰਤ ਹੈ, ਜਿਹਨੂੰ ਵੇਦਾਂ ਦੇ ਵਿੱਚ ਸਮਝਾਇਆ ਹੈਗਾ ਸੂਖਸ਼ਮ ਕਰਕੇ, ਕਹਿੰਦੇ ਨੇ ਉਹਦਾ ਕੋਈ ਜੈਂਡਰ ਨਹੀਂ ਹੁੰਦਾ। ਜਦੋਂ ਸਾਡਾ ਅੰਤ ਸਮਾਂ ਆ ਜਾਂਦਾ ਹੈ, ਸਾਨੂੰ ਇੱਥੋਂ ਲੈ ਕੇ ਜਾਣਾ ਹੁੰਦਾ ਹੈਗਾ, ਜਦੋਂ ਸਾਨੂੰ ਸਰੀਰ ਖਾਲੀ ਕਰਦੇ ਨੇ, ਗੰਢ ਖੋਲ ਕੇ ਖੁੱਲੀ ਗੰਢ ਲੇਖਾ ਆਇਆ ਰਾਮ। ਗੁਰਬਾਣੀ ਸਮਝਾਇਆ ਪ੍ਰੋਸੀਜਰ ਕਿ ਕਿਸ ਤਰ੍ਹਾਂ ਸਰੀਰ ਨੂੰ ਖਾਲੀ ਕਰਦੇ ਨੇ। ਜਦੋਂ ਖਾਲੀ ਕਰਦੇ ਨੇ ਤੇ ਜਦੋਂ ਅੰਦਰਲੇ ਸਰੀਰ ਨੂੰ ਕੱਢਦੇ ਨੇ ਸਾਡੇ ਨੂੰ, ਉਹਦਾ ਕੋਈ ਜੈਂਡਰ ਨਹੀਂ ਹੁੰਦਾ। ਕਬੀਰ ਸਾਹਿਬ ਨੇ ਸਮਝਾ ਦਿੱਤਾ, ਕਹਿੰਦੇ ਆ ਬਾਣੀ ਵਿਸਰ ਜਾਂਦੀ ਹੈਗੀ ਹੈ ਕਈ ਵਾਰ, ਜਮ ਕਾ ਦੰਡ बड़े सिर ऊपर जब तब सोवते जाग्यो, कहा होत अब के पछतायो, छूटत नाही भाग्यो। कहते आ कि भी हुण तां जम आ गए ने, डंडा पिया ते भावें औरत है भावें मर्द है, दोनों नूं तुरना पैना ते हुण ना तुसीं भज सकदे जे ते ना छुट सकदे जे। हुण तां कर्मां दा जिहड़ा हिसाब किताब देना पएगा। सो ਇਹ ਸਾਨੂੰ ਸਮਝਾਇਆ ਹੈਗਾ ਕਿ ਵੀ ਅਸੀਂ ਭੁਲੇਖੇ ਦੇ ਵਿੱਚ ਇਹ ਸੰਸਾਰ ਜੀ ਰਹੇ ਹਾਂ। ਇਹ ਤਾਂ ਸਪਿਰਿਚੁਅਲ ਵਰਲਡ ਦੀ ਜਿਹੜੀ ਗੱਲ ਹੈਗੀ ਹੈ ਕਿ ਵੀ ਗੁਰਬਾਣੀ ਦੇ ਵਿੱਚ ਸਾਨੂੰ ਗੁਰੂਆਂ ਨੇ ਸਮਝਾ ਦਿੱਤੀ ਗੱਲ ਕਿ ਵੀ ਔਰਤ ਤੇ ਮਰਦ 'ਚ ਕੋਈ ਫਰਕ ਨਹੀਂ, ਅੰਦਰੋਂ ਦੋਵੇਂ ਇੱਕੋ ਨੇ। ਪਰ ਹੁਣ ਆਪਾਂ ਸੁਸਾਇਟੀ ਜਿਹੜੀ ਹੈਗੀ ਆ, ਸੁਸਾਇਟੀ ਦੇ ਵਿੱਚ ਫਰਕ ਹੈ। ਸੁਸਾਇਟੀ ਦੇ ਵਿੱਚ for the longest that we can remember, even ਕਿ ਆਪਾਂ ਹਿਸਟਰੀ 'ਚ ਜਾਈਏ 2000 years 3000 years ago, ਜਿਹੜਾ ਕਿ ਜਿਹੜੇ ਰੂਇਨ ਸੀਗੇ, ਜਿਹੜੇ ਸਪੋਜ਼ ਕਰ ਲਓ ਜਿਹੜੇ ਇਜਿਪਟ ਦੇ, ਜਾਂ ਜਿਹੜੇ ਹੋਰ ਵੀ ਮਾਇਨ ਰੂਇਨ ਸਾਊਥ ਅਮਰੀਕਾ ਦੇ ਵਗੈਰਾ, ਹੋਰ ਵੀ ਕਈ ਨੇ, ਗ੍ਰੀਕ ਸਿਵਲਾਈਜੇਸ਼ਨ, ਰੋਮਨ ਸਿਵਲਾਈਜੇਸ਼ਨ। if you look at the history of them all, most of the times, mostly almost 100% of the times, male dominated societies ਸੀਗੀਆਂ। even a male to the point that today we are living in the 20th century, 21st century, 2021 it is, or ਹਾਲੇ ਵੀ ਅੱਜ ਵੀ ਮੇਲ ਡੋਮੀਨੇਟਡ ਸੁਸਾਇਟੀ ਦੇ ਵਿੱਚ ਅਸੀਂ ਰਹਿ ਰਹੇ ਹਾਂ। ਕੇਸ ਇਨ ਪੁਆਇੰਟ ਨਜ਼ਰ ਆਉਂਦਾ ਹੈਗਾ ਜਦੋਂ ਕਿਸੇ ਦਾ ਫਿਊਨਰਲ ਹੁੰਦਾ, ਜਦੋਂ ਤੁਹਾਡੇ ਕੋਈ ਮਾਂ-ਬਾਪ ਮਰ ਜਾਂਦੇ ਨੇ, ਚਲੇ ਜਾਂਦੇ ਨੇ, ਵਿਛੋੜਾ ਪੈ ਜਾਂਦਾ ਹੈ, ਤੇ ਜਦੋਂ ਅਗਨੀ ਲਾਣੀ ਹੁੰਦੀ ਹੈ, ਕਿਹਨੂੰ ਬੁਲਾਉਂਦੇ ਨੇ? ਰੀਸੈਂਟਲੀ ਮੇਰੇ ਫਾਦਰ ਪੈਸਡ ਅਵੇ ਹੋਏ, 2 ਮਹੀਨੇ ਹੋ ਗਏ, ਤੇ ਮੈਨੂੰ ਇਹਨਾਂ ਅਵੇਅਰਨੈਸ ਨਹੀਂ ਸੀਗੀ। ਕੀ ਕਹਿੰਦੇ ਨੇ
ਜਿਹੜੇ ਰਿਚੁਅਲਸ ਹੁੰਦੇ ਨੇ ਦਾਹ ਸੰਸਕਾਰ ਦੇ, ਤੇ ਉਹ ਭਾਈ ਨੇ ਗੋਰੇ ਨੇ ਜਦੋਂ ਲਾਉਣੀ ਸੀ ਆਪਣਾ ਚਿਤਾ ਨੂੰ ਅੱਗ ਲਾਉਣੀ ਸੀ, ਉਹਨੇ ਮੈਨੂੰ ਸੱਦਿਆ, ਮੇਰੀ ਸਿਸਟਰ ਵੀ ਨਾਲ ਖੜੀ ਸੀ, ਉਹਨੇ ਸਿਸਟਰ ਨੂੰ ਨਹੀਂ ਸੱਦਿਆ, ਉਹਨੇ ਕਿਹਾ ਯੂ ਪਲੀਜ਼। ਤੇ ਮੈਨੂੰ ਥੋੜਾ ਜਿਹਾ ਸ਼ੌਕ ਚ ਲੱਗਾ, ਆਈ ਨਿਊ ਕਿ ਵੀ that is what the protocol is, but you know a thought came to my mind, कि why couldn't you call my sister? What's the difference between me and her? We're both the children of our father. ਹਾਂਜੀ, तो सोचा ਦੇ ਵਿੱਚ ਮੈਂ ਪੈ ਗਿਆ, ਪਰ ਚਲੋ ਜੋ ਵੀ ਹੈ ਪ੍ਰੋਟੋਕਾਲ ਜੋ ਬਣਿਆ ਹੋਇਆ ਲਾਈਫ ਦੇ ਵਿੱਚ, ਇਸੇ ਤਰ੍ਹਾਂ ਹੀ ਫੇਰ ਪਗੜੀ ਬੰਨੀ ਜਾਂਦੀ ਹੈ। ਇਟਸ ਅ ਮੇਲ ਥਿੰਗ। ਪ੍ਰੋਪਰਟੀ ਡਿਵੀਜ਼ਨਸ ਦੇ ਵਿੱਚ ਜਦੋਂ ਗੱਲ ਕਰਦੇ ਹਾਂ ਆਪਾਂ, ਤੇ ਇਟਸ ਆਲਸੋ ਕਿ ਵੀ ਮੁੰਡੇ ਨੂੰ ਦੇਣਾ, ਕੁੜੀ ਨੂੰ ਨਹੀਂ ਦੇਣਾ। ਇਹ ਚੀਜ਼ਾਂ ਕਾਫੀ ਜਿਹੜੀਆਂ ਹੈਗੀਆਂ ਨੇ, ਇਹ ਇਨਗ੍ਰੇਨਡ in our societies and ingrained in our minds deeply. ਇਹ ਪੱਥਰ ਦੇ ਉੱਤੇ ਜਿਹੜੀ ਲਕੀਰ ਹੈ, ਇਹ ਡੀਪ ਮਾਰਬਲ ਦੇ ਉੱਤੇ ਲਕੀਰ ਬਣੀ ਹੋਈ ਹੈ ਸਾਡੇ, ਕਿ ਵੀ men are separate and perhaps superior in most of the things than women. ਇਹ ingrained ਹੈਗਾ ਸਾਡੇ minds ਦੇ ਵਿੱਚ ਹੋਇਆ। ਇਸ ਤਰ੍ਹਾਂ ਦੀਆਂ ਬੜੀਆਂ examples ਨੇ। That is why in the corporate India, corporate America, even today we're living in 2021, women are looked upon as inferior to lead the company, lead an organization. अच्छा, जे उन्होंने लीडर भी बना देंगे आज की डेट ਦੇ ਵਿੱਚ, ਤੇ ਫਿਰ ਪੈਸੇ ਨਹੀਂ ਦੇਣਗੇ ਪੂਰੇ ਜੋ ਕਿ ਮੈਨ ਨੂੰ ਦਿੰਦੇ ਨੇ, ਮੇਲਸ ਨੂੰ ਦਿੰਦੇ ਨੇ। ਇਹ ਵੀ ਬੜਾ ਵੱਡਾ ਪ੍ਰੋਬਲਮ ਹੈਗੀ ਆ ਅੱਜ ਦੀ ਸੋਸਾਇਟੀ ਦੇ ਵਿੱਚ। ਹੁਣ ਕਾਫੀ ਮਤਲਬ ਕਿ ਇਹਦੇ ਵਿੱਚ ਚੇਂਜਸ ਆ ਰਹੇ ਨੇ। ਲਾਜ਼ ਜਿਹੜੇ ਹੈਗੇ ਨੇ ਇਨ ਦ US, ਆਈ ਨੋ ਦੇ ਆਰ ਵੈਰੀ ਸਟ੍ਰਿਕਟ ਲਾਜ਼। ਇੰਡੀਆ ਦੇ ਵਿੱਚ ਵੀ ਕਾਫੀ ਇੱਥੇ ਪ੍ਰੋਗਰੈਸ ਹੋ ਰਹੀ ਹੈ, ਬਟ ਥਿੰਗਸ ਰਿਮੇਨ ਦ ਸੇਮ ਪ੍ਰੀਟੀ ਮਚ ਟੂ ਦਿਸ ਡੇ। ਦੂਸਰੀ ਗੱਲ ਹੈਗੀ ਆ ਕਿ ਵੀ ਜਿੱਥੇ ਜੈਂਡਰ ਨਿਊਟਰੈਲਿਟੀ ਦੀ ਗੱਲ ਆਉਂਦੀ ਹੈਗੀ ਆ, ਗੌਰਮੈਂਟਸ ਨੇ ਵੀ ਕਾਫੀ ਲਾਜ਼ ਬਣਾਏ ਸੀਗੇ, ਔਰ ਹੁਣ ਵੀ ਮੇਰਾ ਖਿਆਲ ਅੱਗੇ ਵੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇੰਡੀਅਨ ਗੌਰਮੈਂਟ ਸਪੈਸੀਫਿਕਲੀ। ਤੁਸੀਂ ਦੇਖੋ ਕਿ 1980s ਦੇ ਵਿੱਚ, 90s ਦੇ ਵਿੱਚ, when I used to hear a lot about suicides in India, ਆਪਣਾ 90s ਦੇ ਵਿੱਚ ਤਾਂ ਮਤਲਬ ਕਿ ਬਹੁਤ ਹੀ ਕੰਮ ਖਰਾਬ ਹੋਇਆ ਸੀ। 80s ਦੇ ਵਿੱਚ, ਅਰਲੀ 90s ਦੇ ਵਿੱਚ, ਕਿ ਬਈ ਘਰ ਵਾਲੇ ਪੇਰੈਂਟਸ ਇਨ ਲਾਅ, ਹਸਬੈਂਡ ਵਗੈਰਾ ਚੱਕ ਕੇ ਕੁੜੀ ਨੂੰ ਅੱਗ ਲਾ ਦਿੰਦੇ ਸੀਗੇ, ਉਹ ਸਟੋਵ ਤੇ ਪਾ ਦਿੰਦੇ ਸੀਗੇ, ਜਾਂ ਜ਼ਹਿਰ ਖਵਾ ਦਿੰਦੇ ਸੀਗੇ। ਏਦਾਂ ਦੇ ਬਹੁਤ ਸਾਰੇ ਕੇਸ ਸੀਗੇ, ਤਕਰੀਬਨ ਹਰ ਰੋਜ਼ ਹੀ ਨਿਊਜ਼ਪੇਪਰਸ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਸੀਗੀਆਂ। ਇਹ ਤੁਸੀਂ ਸਭ ਜਾਣੂ ਹੋ, ਤੁਸੀਂ ਹਿਸਟਰੀ ਦੇਖੋ। ਉਸ ਨੂੰ ਕਾਊਂਟਰ ਕਰਨ ਵਾਸਤੇ ਇੰਡੀਅਨ ਪੀਨਲ ਕੋਡ ਦੇ ਵਿੱਚ, ਇੰਡੀਅਨ ਜਿਹੜਾ ਲਾਜ਼ ਦੇ ਵਿੱਚ ਲੈਜਿਸਲੇਚਰ ਨੇ ਸੈਕਸ਼ਨ 498A ਲਾਗੂ ਕੀਤਾ ਇੰਡੀਆ ਦੇ ਵਿੱਚ, ਤਾਂ ਕਿ ਬਈ ਜੇ ਕੋਈ ਔਰਤ ਕੰਪਲੇਂਟ ਕਰਦੀ ਹੈ ਪੁਲਿਸ ਥਾਣੇ ਜਾ ਕੇ, ਤੇ ਇਮੀਡੀਏਟ ਐਕਸ਼ਨ ਲਿੱਤਾ ਜਾਵੇ ਅਗੇਂਸਟ ਦ ਹਸਬੈਂਡ। ਔਰ ਉਹ ਲਾਅ ਇਸ ਤਰ੍ਹਾਂ ਦਾ ਉਹਨਾਂ ਨੇ ਬਣਾ ਦਿੱਤਾ ਕਿ ਬਈ, and it was needed at that time, ਕਿ ਬਈ ਜੇ ਕੋਈ ਔਰਤ ਕੰਪਲੇਂਟ ਕਰਦੀ ਹੈ ਕਿ ਵੀ ਮੈਨੂੰ ਪ੍ਰੋਬਲਮ ਆਈ ਹੈ, ਡਾਊਰੀ ਦੀ ਪ੍ਰੋਬਲਮ ਆਈ ਹੈ ਘਰ ਦੇ ਵਿੱਚ, ਤੇ there was no need for an investigation, ਕੋਈ ਇਨਵੈਸਟੀਗੇਸ਼ਨ ਦੀ ਲੋੜ ਨਹੀਂ ਸੀਗੀ, ਕੋਈ ਕਿਸੇ ਚੀਜ਼ ਦੀ ਲੋੜ ਨਹੀਂ। an allegation was enough to pick up the husband and the parents and siblings, as I understand it, as I have read, ਮਤਲਬ ਕਿ ਉਹ ਟੋਟਲੀ ਹੀ ਇੱਕ ਇੰਬੈਲੈਂਸ ਜਿਹਾ ਕ੍ਰੀਏਟ ਹੋ ਗਿਆ ਸੀਗਾ, ਕਿ ਬਈ ਇੱਕ ਸਾਈਡ ਦੇ ਉੱਤੇ ਤਾਂ ਮੰਨਦੇ ਆ ਕਿ ਬਈ ਇਨਜਸਟਿਸ ਹੈਗਾ, ਔਰਤਾਂ ਨੂੰ ਤੰਗ ਕੀਤਾ, ਕੁੜੀਆਂ ਨੂੰ ਤੰਗ ਕੀਤਾ ਜਾ ਰਿਹਾ ਸੀਗਾ, ਪਰ ਹੁਣ ਦੂਸਰੀ ਸਾਈਡ ਦੇ ਉੱਤੇ ਮਾੜੀ ਜੀ ਗੱਲ ਕੁੜੀ ਨੇ ਕਹੀ ਨਹੀਂ ਥਾਣੇ ਜਾ ਕੇ, ਤੇ ਆਪਣਾ ਉਹ ਸਾਰੀ ਫੈਮਿਲੀ ਨੂੰ ਪਿਕ ਕਰ ਲਿਆ। ਉਹ ਟੋਟਲ ਉਧਰ ਚਲੇਗੀ ਗੱਲ। ਹੁਣ ਮਤਲਬ ਕਿ ਕੋਈ ਬੈਲੈਂਸ ਨਹੀਂ ਰਿਹਾ ਸੀਗਾ।
ਤੇ ਉਹਦੇ ਨਾਲ ਕੀ ਹੋਇਆ ਸੀਗਾ ਕਿ ਹੌਲੀ ਹੌਲੀ ਕਈ ਲੋਕਾਂ ਨੇ ਉਹਨੂੰ ਅਬਿਊਜ਼ ਕਰਨਾ ਸ਼ੁਰੂ ਕਰਤਾ ਇਸ ਲਾਅ ਨੂੰ। ਇਹ ਵੀ ਆਪਾਂ ਜਾਣੂ ਹੈਗੇ ਆ, ਕੋਰਟਸ ਦੇ ਵਿੱਚ ਬੜੇ ਇਨੋਸੈਂਟ cases ਆਣੇ ਲੱਗ ਗਏ। Let me give you something in perspective. Section 113B of the Indian Evidence Act of 1879 ਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਜੇ ਇੱਕ ਵਿਆਹੀ ਔਰਤ, ਵਿਆਹੀ ਕੁੜੀ ਸੁਸਾਈਡ ਕਰ ਲੈਂਦੀ ਹੈ within 7 years of her marriage, within first 7 years of her marriage, it shall be treated as abetment to suicide. ਕਿ ਉਹਦੇ ਹਸਬੈਂਡ ਨੂੰ, ਮਤਲਬ ਕਿ ਉਹਦੀ ਫੈਮਿਲੀ ਨੂੰ ਉਸ ਚੱਕਰ ਦੇ ਵਿੱਚ ਤੁਸੀਂ ਅਰੈਸਟ ਕਰ ਸਕਦੇ ਹੋ within 7 years। ਹਾਂਜੀ, ਇਹ ਮਤਲਬ ਕਿ ਇੰਡੀਅਨ ਐਵੀਡੈਂਸ ਐਕਟ ਦੇ ਵਿੱਚ ਹੈਗਾ। ਇਨ ਜੁਲਾਈ 2014 ਸੁਪਰੀਮ ਕੋਰਟ ਨੇ ਆਫ ਇੰਡੀਆ ਨੇ ਕਿਹਾ ਕਿ ਵੀ ਨਹੀਂ, ਤੁਸੀਂ ਇਸ ਤਰ੍ਹਾਂ ਬਿਨਾਂ ਕਿਸੇ ਐਲੀਗੇਸ਼ਨ ਤੋਂ, ਬਿਨਾਂ ਕਿਸੇ ਮਤਲਬ ਕਿ ਐਵੀਡੈਂਸ ਤੋਂ, ਕਿਸੇ ਇਨਵੈਸਟੀਗੇਸ਼ਨ ਤੋਂ ਤੁਸੀਂ ਮਰਦ ਨੂੰ ਅਰੈਸਟ ਨਹੀਂ ਕਰ ਸਕਦੇ। ਸੋ ਇਹ ਚੇਂਜ ਬੜਾ ਨੀਡਡ ਚੇਂਜ ਸੀਗਾ। ਬੜੇ ਆਦਮੀਆਂ ਨੇ ਬਹੁਤ ਸਾਹ ਲਿਆ in 2014 ਜਦੋਂ ਸੁਪਰੀਮ ਕੋਰਟ ਨੇ ਕਿਹਾ ਕਿ ਵੀ ਏਦਾਂ ਨਹੀਂ, ਤੁਸੀਂ ਤਾਂ ਅਰੈਸਟ ਕਰੀ ਜਾਂਦੇ ਹੋ। ਟੂ ਗਿਵ ਯੂ ਅ ਪਰਸਪੈਕਟਿਵ ਆਫ ਕਿੰਨੇ ਅਰੈਸਟ ਹੋ ਰਹੇ ਸੀਗੇ ਮੈਨ ਦੇ, ਆਦਮੀਆਂ ਦੇ ਇੰਡੀਆ ਦੇ ਵਿੱਚ, ਕਹਿੰਦੇ ਕਿ 6% of all the arrests made in India in 2014 were under section 498A of the Dowry Act। ਅੱਛਾ ਚਲੋ, ਜੇ ਤੁਸੀਂ ਅਰੈਸਟ ਕਰ ਵੀ ਲਿਆ, 6% ਆਫ ਦਾ ਜਿਹੜੇ ਅਰੈਸਟ ਟੋਟਲ ਇੰਡੀਆ ਦੇ ਵਿੱਚ ਹੋ ਰਹੇ ਨੇ, ਉਹ ਤੁਸੀਂ ਆਦਮੀਆਂ ਨੂੰ ਅਰੈਸਟ ਕਰ ਰਹੇ ਹੋ ਡਾਊਰੀ ਦੇ ਕੇਸਿਸ ਦੇ ਵਿੱਚ, ਇਸ ਚੱਕਰਾਂ ਦੇ ਵਿੱਚ। ਪਰ ਜੇ ਤਾਂ ਉਹਨਾਂ ਦੀ ਕਨਵਿਕਸ਼ਨ ਹੁੰਦੀ ਹੋਵੇ, ਜੇ ਮੈਂ ਮੰਨਾ 90% ਜੇ ਉਹ ਟ੍ਰਾਇਲ ਤੇ ਜਾ ਕੇ ਕਨਵਿਕਟ ਹੋ ਰਹੇ ਹੋਣ, ਤਾਂ ਇਹ ਮੰਨਿਆ ਜਾ ਸਕਦਾ ਕਿ ਵੀ ਵਾਕਿਆ ਹੀ ਜਿਹੜੇ 6% ਇਹ ਗੁਨਾਹੀ ਸੀਗੇ, ਇਹ ਅਰੈਸਟ ਹੋਣੇ ਚਾਹੀਦੇ ਸੀਗੇ ਬੰਦੇ। ਪਰ ਹੋਇਆ ਕੀ, ਰਿਜ਼ਲਟ ਕੀ ਆਇਆ ਹੈਗਾ? only 15% of the people who went to the men who were arrested, who went to the trial, 15%, 15% ਜਿਹੜੇ ਸੀਗੇ ਬੰਦੇ ਉਹ ਕਨਵਿਕਟ ਹੋ ਰਹੇ ਸੀ। that means ਕਿ 6% ਸਾਰੇ ਇੰਡੀਆ ਦੇ ਵਿੱਚ ਤੁਸੀਂ ਇਸ ਕੇਸ ਦੇ ਝੂਠੇ ਕੇਸਾਂ ਦੇ ਵਿੱਚ ਅਰੈਸਟ ਕਰ ਲਏ ਤੇ 85% ਜਿਹੜੇ ਬੰਦੇ ਸੀ ਉਹ ਨਿਰਦੋਸ਼ ਸੀ। ਇਹ ਹਾਲ ਚੱਲ ਰਿਹਾ ਹੈਗਾ, ਇਹ ਹੁਣ ਵੀ ਹਾਲ ਚੱਲ ਰਿਹਾ, ਇਸ ਲਾਅ ਨੂੰ ਹੁਣ ਵੀ ਮਿਸਅਬਿਊਜ਼ ਕੀਤਾ ਜਾ ਰਿਹਾ ਹੈਗਾ। ਸੋ ਜੋ ਇਹ ਹਾਲਤ ਹੈ, ਅੱਛਾ ਫਿਰ ਨਵੀਂ ਜਿਹੜੇ ਸਟੈਟਿਸਟਿਕਸ ਹੈਗੇ ਨੇ ਇੰਡੀਆ ਦੇ, ਉਹ ਆਏ ਹੈਗੇ ਨੇ ਕਿ ਜਿਹੜਾ ਮੈਨ ਦਾ ਜਿਹੜਾ ਸੁਸਾਈਡ ਰੇਟ ਹੈ, ਇਟ ਇਜ਼ twice than women in India. Nobody talks about it. ਇਹਦੇ ਬਾਰੇ ਚਰਚਾ ਨਹੀਂ ਹੁੰਦੀ, ਗੱਲ ਨਹੀਂ ਹੁੰਦੀ, because men are supposed to take it on the chin. But it's a fact. The male suicide rate is higher than women in India. What's the reason? The ਕਾਰਨ ਕੀ ਹੈ? ਇਹਦੇ ਬਾਰੇ ਆਪਣੀ ਸਰਕਾਰ ਨੂੰ, ਪੋਲੀਟੀਸ਼ੀਅਨਸ ਨੂੰ, ਜਿਹੜੇ NGOs ਨੇ, ਆਪਾਂ ਕੀ ਕਰ ਰਹੇ ਹਾਂ ਇਸ ਚੀਜ਼ ਦੇ ਬਾਰੇ? ਸੋ ਇਹ ਬੈਲੈਂਸ ਤਾਂ ਹੈ ਹੀ ਨਹੀਂ। ਨੇਚਰ ਦੇ ਵਿੱਚ ਹਰ ਚੀਜ਼ ਬੈਲੈਂਸ ਹੋਣੀ ਚਾਹੀਦੀ ਹੈ। ਹਰ ਚੀਜ਼ ਦੇ ਵਿੱਚ, ਘਰ ਦੇ ਵਿੱਚ ਬੈਲੈਂਸ ਨਹੀਂ ਹੋਏਗਾ, ਘਰ ਉਥਲ ਪੁਥਲ ਹੋ ਜਾਂਦਾ। ਕੰਮ ਤੇ ਬੈਲੈਂਸ ਨਹੀਂ ਹੁੰਦਾ, ਕੰਮ ਉਥਲ ਪੁਥਲ ਹੋ ਜਾਂਦਾ ਹੈ। ਇੱਕ ਮੇਲ ਐਂਡ ਫੀਮੇਲ ਦੇ ਜਿਹੜਾ ਸਟਰਕਚਰ ਹੈ, ਸੋਸ਼ਲ ਸਟਰਕਚਰ, ਜਿਹੜਾ ਕਲਚਰਲ ਸਟਰਕਚਰ ਜਿਹੜਾ ਹੈਗਾ, ਉਹਦੇ 'ਚ ਵੀ ਬੈਲੈਂਸ ਨਹੀਂ ਹੋਏਗਾ, ਹਮੇਸ਼ਾ ਇਸ਼ੂਜ਼ ਰਹਿਣਗੇ। ਸੁਖੀ ਨਹੀਂ ਰਹਿ ਸਕਦੇ, ਸੁਸਾਇਟੀ ਦੇ ਵਿੱਚ ਸੁੱਖ ਨਹੀਂ ਹੋ ਸਕਦਾ ਜਦ ਤੱਕ ਬੈਲੈਂਸ ਨਾ ਹੋਵੇ। ਸੋ ਇਹ ਮੇਰੇ ਵਿਚਾਰ ਨੇ ਜੀ। थैंक यू सर, बहुत बहुत धन्यवाद। हाँ जी डिम्पी जी, आपकी क्या ओपिनियन है मैन वर्सेस वुमेन रिलेशनशिप वैल्यू के बारे में? आप अपने विचार दीजिए। First of all, hello all. I'm Dr. Dimpy. I'm healthcare worker from Chandigarh. So thank you Preet ma'am, आपने ये प्लेटफॉर्म आज मेरे को इस टॉपिक के लिए दिया। मतलब दिस इज, आई मस्ट से कि बहुत पॉपुलर टॉपिक है, बहुत स्पेशल टॉपिक है, मेन वर्सेस वीमेन। तो मैं कहना चाहूंगी कि मेन वर्सेस वीमेन तो हम हमेशा ही बात करते हैं, आज आई थिंक कुछ डिफरेंट टॉक करते हैं कि हाउ दे आर कंपैटिबल, मेन एंड वीमेन, वी शुड से मेन एंड वीमेन।
सुखबीर सर ने बहुत ही अच्छी तरह से एक्सप्लेन किया है, द वे ही हैज एलिसिडेटेड ईच एंड एवरीथिंग, मतलब बहुत ही बढ़िया। सर ने मतलब स्पिरिचुअलिटी से स्टार्ट करके उसको मतलब पूरा हमारा हिस्ट्री तक लेके जाके सिविलाइजेशंस की भी पूरी बात की है, एंड देन ही हैज टॉक्ड अबाउट वेरियस लॉज। सर बहुत अच्छे से आपने इस बारे में एक्सप्लेन किया है, जहाँ पे हम मेल एंड फीमेल का मतलब कंपैरिजन भी है एंड उनका कंपैटिबिलिटी की भी हम बात करते हैं। तो when I have to talk about men and women, I'll talk about gender equality and empowerment. So gender equality जब हम बात करते हैं about male and female, I would say कि equal, मतलब कि equal rights, equal responsibilities, equal duties. So if we have to talk about it, मैं बोलूँगी कि अगर मेल और फीमेल को equal rights देने हैं तो हर तरह के, socially we can say, education wise we can say, politically, psychologically and emotionally. So अगर राइट्स की बात है, अगर ड्यूटीज भी हम बात करें तो वो भी, अगर ड्यूटीज भी वो इक्वली कर रहे हैं उनको, मतलब कि जो फीमेल है शी इज अ होम मिनिस्टर एंड मेल इज अ फाइनेंस मिनिस्टर, जैसे कि हम लोग बोलते हैं, जैसे कि प्रीत मैम भी बोलते हैं कि दो पहिए हैं वो एक ही गाड़ी के। एंड सेम वे आई विल ऑल्सो से कि अगर ड्यूटीज उनकी ऐसे डिवाइड की गई हैं कि अगर घर के बाहर का काम है वो मेल्स हैंडल कर रहे हैं, घर का अंदर का काम फीमेल्स हैंडल कर रही हैं, जो कि आज की डेफिनेटली हम अगर आज की 21st सेंचुरी की बात कर रहे हैं, 2021 की बात कर रहे हैं, दिस इज मतलब कि वी कैन से इन कॉन्ट्रेरी ऑल्सो, जो मेल्स है वो घर का काम संभालने भी उतने सक्षम है जितने कि फीमेल्स घर के बाहर का काम। सो इफ आई टॉक मतलब कि स्टेप बाय स्टेप मैं लूं, सबसे पहले एजुकेशन की बात करूं तो अगर हम मतलब कि मेल्स को मतलब कि अभी भी मेल्स को डेफिनेटली अच्छी एजुकेशन दी जाती है, हायर एजुकेशन दी जाती है, तो फीमेल्स की अगर हम बात करें तो अभी भी फीमेल्स को हायर एजुकेशन उस लेवल की नहीं दी जा रही है। तो अगर हमारी फीमेल्स इक्वली एजुकेटेड होंगी, उनको भी हायर एजुकेशन दी जाएगी, तो आई फील कि पर्सनली मतलब कि सोसाइटी में अगर बात करें, घर की बात करें, घर के बाहर की बात करें, तो वो मेल से भी अच्छा कर सकते हैं। एक अगर फीमेल अच्छे से पढ़ी हुई है तो मतलब कि वो अपने मतलब कि घर में कैसे वो योगदान दे सकती है, मतलब कि डेफिनेटली वो इक्वल डिसीजंस ले सकती है घर में। एंड इक्वली एजुकेटेड फीमेल मतलब कि अपने घर में अगर एक उसकी मैरिज की हम बात करें तो मैरिज अगर वो लेट करेगी तो बच्चे भी मतलब कि ऑफकोर्स फैमिली भी प्लान वो अपनी एक एज के हिसाब से करेगी, व्हेन शी विल बी मतलब कि उस चीज के लिए तैयार होगी, एंड देन उसके जो बच्चे होंगे वो भी हेल्दी होंगे, एंड आगे वो अपने बच्चों को भी उसी हिसाब से पढ़ा पाएगी, एक जेंडर इक्वलिटी के हिसाब से। सो वी हैव सीन कि मतलब कि एजुकेशन वाइज, एंड देन इफ वी टॉक सोशली, तो जो हमने मेल्स को राइट दिए हैं वही हमें फीमेल्स को भी राइट देने हैं। तो फीमेल्स को राइट देने की बात है कि अगर पॉलिटिकल सिस्टम में भी हम बात करें तो पॉलिटिकली मतलब कि अगर हमने देखा कि मेल लीडर्स वी आर हैविंग, तो फीमेल लीडर्स आर इक्वली गुड। इंदिरा गांधी जी हैं, आजकल ममता बनर्जी हैं, अगर हम मतलब इंडिया के बाहर की बात भी करें तो फीमेल्स बहुत ही ज्यादा मतलब इक्वली मेल्स के इक्वल खड़ी हुई हैं पॉलिटिक्स में भी, एंड वो अपने डिसीजन मेकिंग में हमें राइट्स देने हैं, उनको अपॉर्चुनिटीज देनी है, रिसोर्सेज भी जो है इक्वल डिस्ट्रीब्यूशन होनी चाहिए मेल और फीमेल में। एंड देन मतलब प्रोफेशनली बात करें, कोई भी ऐसा प्रोफेशन नहीं है जहाँ की फीमेल्स हमारी नहीं है। यू कैन सी कि मतलब कि अगर जहाँ पे मेल डोमिनेटिंग सोसाइटी है उसमें भी मतलब फीमेल्स इक्वली पार्टिसिपेट कर रहे हैं। ऐसा नहीं है कि अगर मतलब कि कोई अगर व्हीकल भी चलाना है तो उसमें भी फीमेल अपना मतलब फीमेल, वी कैन सी फीमेल्स ड्राइविंग द ऑटो रिक्शा एज वेल, वो मतलब ट्रक भी ड्राइव कर रही हैं, बसेस भी ड्राइव कर रही हैं। सो प्रोफेशनली ऑल्सो वी कैन सी कि कुछ बहुत ऐसे इंस्टीट्यूट्स हैं जो कि वीमेन को एम्पावर करते हैं, उनको पावर देते हैं, एंड मोस्टली वीमेन को हायर किया जाता है, फीमेल्स को हायर किया जाता है। एंड वी कैन सी कि मतलब कि वहां पे अगर एक इक्वल राइट्स रहेंगे तो वहां का सस्टेनेबिलिटी मतलब कि अगर कंट्री के डेवलपमेंट का भी देखें, सोसाइटी का देखें, कम्युनिटी का देखें, तो हम देख सकते हैं कि वहां पे डेवलपमेंट ज्यादा होगी। अभी भी अगर डेवलपिंग कंट्रीज की बात करें तो वी कैन सी कि फीमेल्स को उतना इक्वल राइट नहीं मिल पाया है, अभी भी मेल डोमिनेटिंग सोसाइटी है, मेल्स ही डोमिनेट कर रहे हैं और फीमेल्स को राइट उनके नहीं दिए जा रहे हैं। सो स्टार्टिंग में जब एक बच्चा माँ के पेट में होता है, फीमेल का पता चलता है तो फीमेल फिटिसाइड हो जाता है,
बच्चा पैदा किया जाता है तो एक घर में अगर एक लड़का और एक लड़की है तो लड़की को ज्यादा एजुकेशन नहीं दी जाती, उसको यही बोला जाता है कि उसको आगे घर में जाके घर संभालना है शादी के बाद में, तो मेल को ज्यादा पढ़ाया जाता है। एंड देन लड़कियों की शादी जल्दी कर दी जाती है, उसको 18 ईयर्स का भी नहीं होने दिया जाता। देन जब वो अपने ससुराल घर में जाती है वहां भी उसको डिफरेंट रोल्स प्ले करने पड़ते हैं, और एक बायस किया जाता है, उसको डिसीजन मेकिंग में नहीं इन्वॉल्व किया जाता है घर की, उससे नहीं पूछा जाता है कि क्या सही है और क्या गलत है। वो भी एक जो मतलब कि वहां भी मेल्स का ही डोमिनेंस है। एंड आफ्टर दैट ऑल्सो अगर हम काम की जगह पे, जैसे मैंने पहले डिस्कस किया है, काम की जगह पे भी देखा जाता है कि उनको सैलरीज कम दी जाती हैं, काम इसके कंपैरिजन में काम ज्यादा करवाया जाता है। एंड देन मतलब कि अगर मैं ये बोलूं कि हम देख सकते हैं कि अभी भी मतलब कि इतना आगे एडवांसमेंट होने में भी, साइंस में एडवांसमेंट हुई है, बहुत चीजों में एडवांसमेंट हुई है, जैसे सर ने सिविलाइजेशंस की बात की थी, डेफिनेटली देयर इज एन इम्प्रूवमेंट। पहले जैसे कि पर्दा सिस्टम था, नो डाउट वो मुस्लिम कम्युनिटी में आज भी एग्जिस्ट करता है, लेकिन उन चीजों पे हमने काफी कंट्रोल किया है। सती प्रथा थी जिसमें कि एक जब मेल जो घर का है अगर वो एक्सपायर हो जाता था तो फीमेल को भी उसके साथ में जलाया जाता था, वो एबॉलिश हो चुकी है। डाउरी जैसी सिस्टम, डाउरी नो डाउट उसमें इम्प्रूवमेंट है, जैसे सर ने लॉस के बारे में बताया कि डोमेस्टिक वायलेंस एक्ट है, एंड इंडियन पिनल कोड में बहुत स्ट्रिक्ट लॉज बनाए गए, स्ट्रिंजेंट लॉज बनाए गए हैं कि लेडीज के अगेंस्ट कुछ भी मतलब गलत ना किया जाए। बट स्टिल हम अभी भी देखते हैं कि डाउरी के कारण लेडीज को जलाया जाता है, तंग किया जाता है, ठीक है, उनको वो सब राइट्स नहीं दिए जाते जो मतलब दैट दे डिजर्व। सो वी हैव टू सी कि मतलब ये सब चीजें हम लोगों को रोकनी है, फीमेल्स और मेल्स में वो डिस्टिंक्शन नहीं होना चाहिए। एंड देन अगर हम देखें हेल्थ और सेफ्टी, हेल्थ और सेफ्टी भी एक ऐसा एस्पेक्ट है जिसमें फीमेल्स को मतलब बहुत पीछे छोड़ा गया है, बहुत पीछे है वो। हेल्थ भी अगर वीमेन को देखें, वीमेन इज फिजिकली मोर वीकर देन मेल, बट स्टिल मैं बोलूंगी कि नहीं, ऐसा नहीं है। अगर एक लेडी एक बच्चे को पैदा कर सकती है और उतना पेन बियर कर सकती है तो वो इक्वली स्ट्रांग है मेल के। बट स्टिल वी हैव सीन कि ज्यादा फैसिलिटीज मेल को दी जाती है, उनको हेल्थ प्रॉब्लम ज्यादा होती है फीमेल्स को मेल्स के कंपैरिजन में। तो बट फिर भी एक घर में, एक सोसाइटी में देखा जाएगा कि उनको वो ध्यान नहीं दिया जाता, एंड उनको रिस्क बहुत ज्यादा है, दे डोंट फील सेफ। अगर देखा मतलब रेप केसेस इतने सारे होते हैं, फीमेल्स को तंग किया जाता है, परेशान किया जाता है, उनको वो राइट नहीं दिया जाता। एंड इसीलिए मतलब कि अगर हम देखें कि गवर्नमेंट ने बहुत मतलब एक्शंस लिए हैं, बहुत लॉज बनाए हैं, सो दैट फीमेल को मेल की तरह एम्पावर किया जाए, उसको उतना स्ट्रांग बनाया जाए, उतनी लाइक फीमेल को अपॉर्चुनिटीज दी जाए, रिसोर्सेज दी जाए, वो राइट्स दिया जाए कि अगर ड्यूटी सेम है, अगर फीमेल एक मेल से ज्यादा काम कर रही है तो उसको उतना हमें पावर भी देना है। तो जैसे कि देखा जाए सेक्सुअल हैरासमेंट एक्ट है एक, अगर कि वर्क प्लेस पे है एक फीमेल, या घर के अंदर या घर के बाहर, या काम पे है या सड़क पे जा रही है, उसके साथ अगर सेक्सुअली हरासमेंट की जाती है तो हमारे गवर्नमेंट में वो एक लॉ है जिससे कि लेडी को प्रोटेक्ट किया जाता है, बहुत स्ट्रिक्ट एक्शन लिया जा सकता है। लेडी मतलब कि पुलिस को कॉल कर सकती है और रिपोर्ट कर सकती है, एंड स्ट्रिक्ट एक्शन लिया जाएगा। देन मैटरनिटी बेनिफिट एक्ट है, मतलब कि उसमें क्या है कि अगर फीमेल मतलब कि अगर प्रेगनेंसी के टाइम में है एंड इफ शी इज वर्किंग तो उसको 3 months का लीव दिया जाता है आफ्टर डिलीवरी ऑफ द किड। एंड इनफैक्ट कुछ इंस्टीट्यूट्स में 3 months की या 6 months भी उसको एक्सटेंड कर दिया गया है। एंड यहाँ पे मैं ऐड करूंगी कि मेल्स मतलब फीमेल्स और मेल्स को जब हम कहते हैं कि हमें इक्वल बात करनी है, इक्वल एम्पावरमेंट है उनकी, तो मेल्स को भी पैटर्नल मतलब कि वो लीव दिया जाता है 10 to 15 days का इंस्टीट्यूट्स में आफ्टर द डिलीवर आफ्टर बेबी इज डिलीवर्ड। एंड देन इक्वल रिम्बर्समेंट एक्ट, जैसे कि हम बात करते हैं कि जब एक इंस्टीट्यूट में देखा गया कि 50% मेल्स एंड 50% फीमेल्स भी काम कर रही हैं आजकल, तो उनका जो अगर वो वर्किंग आवर्स उनके सेम है, वर्किंग आवर्स में कोई डिफरेंस नहीं है, द काइंड ऑफ वर्क दे आर डूइंग, वो काम वो सेम टू सेम कर रहे हैं, उसमें कोई डिफरेंस नहीं है, कुछ ज्यादा कम नहीं है, तो जो सैलरी है वो भी उसी के हिसाब से उनको दी जाए जो वो काम कर रहे हैं। एंड देन देयर मतलब कि देयर other also benefits that government has given to our females. So I would say कि ये topic अगर हम बात करें men versus women, it's not appropriate, it's not versus, it's like कि men और women को इकट्ठे चलना है अपने घर की तरक्की के लिए, घर को आगे बढ़ाने के लिए, परिवार को आगे बढ़ाने के लिए, घर के बाहर एक सोसाइटी और कम्युनिटी को साथ में चलाने के लिए, एंड देन उसके बाद कंट्री की डेवलपमेंट के लिए भी men versus women का हम टॉपिक नहीं, men and women are together, they have to be very compatible and they have to be मतलब कि they have to work hand in hand
कि वो इकट्ठे काम कर सके। एक घर में अगर एक फीमेल भी काम करेगी तो वो अपने पति का साथ दे सकती है, अपनी फैमिली का साथ दे सकती है, ताकि वो पैसे इकट्ठे मतलब कि कमाएं और एक घर को, बच्चों को अच्छी परवरिश दे पाएं, अच्छा पढ़ा लिखा के आगे बढ़ा पाएं। सो आई वुड से कि मेन एंड वीमेन मतलब कि इक्वल राइट्स देके उनको इक्वल एम्पावर करना चाहिए। बाकी सुखबीर सर आप क्या बोलेंगे इस बारे में? हेलो, Prithpal ji, may I have a few minutes? या श्योर हाँ जी, प्लीज। ਬਿਲਕੁਲ ਬਹੁਤ ਅੱਛੇ ਪੁਆਇੰਟਸ ਜਿਹੜੇ ਹੈਗੇ ਡਾਕਟਰ ਗੁਪਤਾ ਜੀ ਨੇ ਸਾਹਮਣੇ ਰੱਖੇ ਨੇ ਇਹਨਾਂ ਬਾਰੇ ਜੋ ਅੱਜ ਹੋ ਰਿਹਾ ਸੰਸਾਰ ਦੇ ਵਿੱਚ। ਪਰ ਹੁਣ ਕਰਨਾ ਕੀ ਹੈ? ਗੱਲ ਤਾਂ ਸਾਰੀ ਪ੍ਰੈਕਟੀਕਲ ਚ ਆਉਂਦੀ ਹੈ ਨਾ। we know the issues, we have known the issues ਪਤਾ ਨੇ, issues ਦੇ ਬਾਰੇ ਕਾਫੀ laws ਵੀ ਬਣੇ ਨੇ, ਔਰ ਇਹ ਜੜ ਦੀ ਫਸਾਦ ਕਿੱਥੇ ਹੈ, ਪ੍ਰੋਬਲਮ ਕਿੱਥੇ ਹੈ? ਸੋ ਆਪਾਂ ਬੈਕ ਟੂ ਜਿਹੜਾ ਗੁਰੂ ਹੈ, ਜਿਹੜੇ ਸਾਡੇ ਸਕ੍ਰਿਪਚਰਸ ਨੇ, ਜੇ ਆਪਾਂ ਉਹਨਾਂ ਤੋਂ ਪੁੱਛ ਲਈਏ ਕਿ ਭਾਈ ਸਾਨੂੰ ਦੱਸ ਦਿਓ ਇਹ ਪ੍ਰੋਬਲਮ ਸੰਸਾਰ ਦੇ ਵਿੱਚ, ਸੁਸਾਇਟੀ ਦੇ ਵਿੱਚ, ਘਰ ਦੇ ਵਿੱਚ ਪ੍ਰੋਬਲਮ ਆਂਦੀ ਕਿੱਥੋਂ ਪਈ ਹੈ, ਫਿਰ ਸਾਨੂੰ ਸਮਝਾਇਆ ਜਾਂਦਾ। ਕਹਿੰਦੇ ਹੋਮੇ ਮਨ ਨੂੰ ਲੱਗੀ, ਈਗੋ। ਤੁਸੀਂ ਦੇਖ ਲਓ ਇਨ ਅ ਹਾਊਸਹੋਲਡ ਔਰਤ ਤੇ ਮਰਦ ਦੇ ਵਿੱਚ ਲੜਾਈ ਕਿਉਂ ਹੁੰਦੀ ਹੈ? ਕਿੰਨਾ ਗੱਲਾਂ ਤੋਂ ਹੁੰਦੀ ਹੈ। why is there fighting? You know, it's my way or the highway and it's not your way. It has to be my way. It's got to be my way. That's ego. That's home, ਹੰਕਾਰ। ਉਹ ਮਨ ਸਾਡਾ ਜਿਹੜਾ ਹੈਗਾ ਫੜਿਆ ਹੋਇਆ ਪੰਜਾਂ ਨੇ, is captured by the 5 ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਗੱਲ ਤਾਂ ਵਿੱਚ ਉੱਥੇ ਆਉਂਦੀ ਹੈ ਕਿ ਬਈ and they give the thoughts to the mind, the sexual thoughts, ਕਾਮ, ਕ੍ਰੋਧ, the anger, ਲੋਭ, I want everything for myself. ਹਾਂਜੀ, ego, I am the biggest, everybody's below me. So you have to look at an individual level ਪਹਿਲੇ ਤਾਂ ਕਿ ਬਈ ਮੇਰੇ ਮਨ ਦੇ ਨਾਲ ਹੋ ਕੀ ਰਿਹਾ, ਤੇ ਫਿਰ ਕਰਨਾ ਕੀ ਹੈ। ਗੁਰਬਾਣੀ ਦੇ ਵਿੱਚ ਕਿਹਾ, ਕਹਿੰਦੇ ਮਨ ਮਰੇ ਤਾਂ ਸਦਾ ਆਨੰਦ। ਕਹਿੰਦੇ ਸੁਸਾਇਟੀ ਦੇ ਵਿੱਚ, ਘਰ ਦੇ ਵਿੱਚ ਪ੍ਰੋਬਲਮ ਹੀ ਨਹੀਂ ਆਏਗੀ, ਤੁਸੀਂ ਆਪਣੇ ਮਨ ਨੂੰ ਹੀ ਮਾਰ ਲਓ। ਬਿਲਕੁਲ, ਮਨ ਮਰੇ ਤਾਂ ਸਦਾ ਆਨੰਦ। ਕਹਿੰਦੇ ਸਦੀਵੀ ਆਨੰਦ ਮਾਣੋਗੇ, ਸਦੀਵੀ ਸੁਖੀ ਹੋ ਜਾਓਗੇ ਜੇ ਤੁਸੀਂ ਆਪਣੇ ਮਨ ਨੂੰ ਹੀ ਮਾਰ ਲਓ। ਕਹਿੰਦੇ ਮਨ ਮਰ ਗਿਆ, ਮਨ ਮਰੇ ਧਾਤ ਮਰ ਜਾਏ। ਕਹਿੰਦੇ ਜੇ ਮਨ ਮਾਰ ਲਿਆ ਤੇ ਕਾਲ ਕਿਸ ਤੇ ਇਫੈਕਟ ਕਰੇਗਾ, ਕਿਉਂ ਲੜਾਈਆਂ ਪਵਾਏਗਾ? ਘਰ ਦੇ ਵਿੱਚ ਲੜਾਈਆਂ ਨਹੀਂ ਪੈਣਗੀਆਂ ਤੁਹਾਡੇ, ਸੋਸਾਇਟੀ 'ਚ ਪ੍ਰੋਬਲਮਸ ਨਹੀਂ ਆਉਣਗੀਆਂ। ਫਿਰ ਔਰਤ ਇਹ ਨਹੀਂ ਕਹੇਗੀ ਕਿ ਮੈਨੂੰ ਤੂੰ ਇਕੁਅਲ ਹਿੱਸਾ ਨਹੀਂ ਦਿੰਦਾ, ਮੇਰੇ ਰਾਈਟਸ ਨਹੀਂ ਮੈਨੂੰ ਮਿਲੇ। ਮਰਦ ਇਹ ਨਹੀਂ ਕਹੇਗਾ ਕਿ ਸਾਰਾ ਕੁਛ ਮੇਰਾ, ਤੂੰ ਕੁਛ ਵੀ ਨਹੀਂ, ਮੈਂ ਸਭ ਕੁਛ ਹਾਂ। ਇਹ ਚੀਜ਼ਾਂ ਨਹੀਂ ਹੋਣਗੀਆਂ। ਫਿਰ ਮਨ ਸੱਚਾ ਹੋ ਜਾਂਦਾ, ਖਾਲਸ ਹੋ ਜਾਂਦਾ, ਪਵਿੱਤਰ ਹੋ ਜਾਂਦਾ, ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਵੀ ਇਸ ਨੂੰ ਖਾਲਸ ਕਰ, ਇਹਨੂੰ ਸੱਚਾ ਕਰ। ਸੋ ਫਿਰ ਸਾਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਸਮਝਾ ਗਏ ਗੱਲ। ਇੱਥੇ ਸ਼੍ਰੀ ਕ੍ਰਿਸ਼ਨ ਮਹਾਰਾਜ ਜਦੋਂ ਯੁੱਧ ਹੋ ਰਿਹਾ ਸੀਗਾ ਆਪਣਾ ਮਹਾਭਾਰਤ ਦਾ, ਉਹਨੂੰ ਅਰਜੁਨ ਨੂੰ ਸਮਝਾਇਆ ਯੁੱਧ ਦੇ ਸਮੇਂ ਦੇ ਉੱਤੇ ਕਿ ਵੀ ਕਿਸ ਤਰ੍ਹਾਂ ਮਨ ਨੂੰ ਫੜਨਾ ਤੇ ਕੁੱਟਣਾ ਤੇ ਕਿਸ ਤਰ੍ਹਾਂ ਮਨ ਨੂੰ ਮਾਰਨਾ ਹੈ। ਉਹੀ ਗੱਲ ਗੁਰੂ ਨਾਨਕ ਦੇਵ ਜੀ ਨੇ ਆ ਕੇ ਸਮਝਾਈ ਹੈ ਕਿ ਵੀ ਕਿਸ ਤਰੀਕੇ ਦੇ ਨਾਲ ਤੂੰ ਆਪਣੇ ਮਨ ਨੂੰ ਮਾਰ ਹੀ ਦੇ, ਇਹਦਾ ਸਿਰ ਹੀ ਕੱਟ ਦੇ, ਇਹਨੂੰ ਖਤਮ ਕਰ ਦੇ, ਤਾਂ ਕਿ ਕੋਈ ਕਲੇਸ਼ ਤੇਰੇ ਰਵੇ ਹੀ ਨਾ, ਤੂੰ ਦੁੱਖ ਆਪ ਵੀ ਨਾ ਸਹੇ ਤੇ ਨਾ ਹੀ ਦੂਜੇ ਨੂੰ ਦਵੇਂ, ਸੱਚਾ ਹੋ ਜਾਵੇ ਮਨ। ਉਹ ਫਿਰ ਕਹਿੰਦੇ ਸਿਮਰਨ ਕਰ, ਸਿਮਰ ਸਿਮਰ ਹਰ ਕਾਰਨ ਕਰਨਾ। ਕਹਿੰਦੇ ਕੋਈ ਵੀ ਚੀਜ਼ ਕਰਨੀ ਹੈ ਲਾਈਫ ਦੇ ਵਿੱਚ, ਤੁਰਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਨਾਮ ਜਪੀ ਚੱਲ, ਵਾਹ ਗੁਰੂ ਰਾਮ 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 ਕਰੀ ਚੱਲ, ਵਾਹਿਗੁਰੂ ਕਰੀ ਚੱਲ। ਕਹਿੰਦੇ ਇਸ ਮਨ ਨੇ ਆਪਣੇ ਆਪ ਮਰਨਾ ਇਸੇ ਤਰੀਕੇ ਤੋਂ। ਇਹ ਗੁਰਬਾਣੀ ਦੇ ਵਿੱਚ 1430 ਅੰਗਾਂ ਦੇ ਵਿੱਚ ਸਾਨੂੰ ਇਹ ਗੱਲ ਸਮਝਾਈ ਹੈ ਕਿ 24 ਘੰਟੇ ਤੁਹਾਡੇ ਮੂੰਹ ਦੇ ਵਿੱਚ ਵਾਹਿਗੁਰੂ ਸ਼ਬਦ ਹੋਣਾ ਚਾਹੀਦਾ ਹੈ। ਤੁਸੀਂ ਵਾਹਿਗੁਰੂ ਦੇ ਜੀਵ ਹੋ, ਵਾਹਿਗੁਰੂ ਨੇ ਤੁਹਾਨੂੰ ਭੇਜਿਆ, ਔਰਤ ਮਰਦ ਦੋਨੋਂ, ਕੋਈ ਫਰਕ ਨਹੀਂ ਹੈ। ਤੇ ਵਾਪਸ ਉਸ ਨੂੰ ਮਿਲੋ ਪਰਮਾਤਮਾ ਨੂੰ, ਔਰਤ ਨੇ ਵੀ ਮਿਲਣਾ ਹੈ, ਮਰਦ ਨੇ ਵੀ ਮਿਲਣਾ। ਸੋ ਇਹ ਖੇਲ ਸੀਗਾ ਜਿਹੜਾ ਬਣਾਇਆ ਸੀਗਾ। ਜਦੋਂ ਆਪਾਂ ਇੱਥੇ ਕਾਲ ਦੀ ਨਗਰੀ ਦੇ ਵਿੱਚ ਆ ਗਏ, ਸਗਲ ਕਾਲ ਕਾ ਕੀਆ ਤਮਾਸ਼ਾ, ਗੁਰਬਾਣੀ ਕਿਹਾ ਕਿ ਵੀ ਇੱਥੇ ਜਿਹੜਾ ਤੁਸੀਂ ਆਏ ਹੋ
ਮਾਤਾ ਨੇ ਤੁਹਾਨੂੰ ਜਨਮ ਦੇ ਦਿੱਤਾ, ਗਰਭ ਦੇ ਵਿੱਚੋਂ ਤੁਸੀਂ ਜਦੋਂ ਬਾਹਰ ਆਏ ਹੋ ਸੰਸਾਰ ਦੇ ਵਿੱਚ, ਤੇ ਇੱਥੇ ਕਿਹਦਾ ਰਾਜ ਚੱਲਦਾ ਹੈ? ਕਾਲ ਦਾ। ਸਗਲ ਕਾਲ ਕਾ ਕੀਆ ਤਮਾਸ਼ਾ। ਹਾਂਜੀ, ਹੁਣ ਕਾਲ ਤਾਂ ਲੜਾਉਂਦਾ ਤੁਹਾਨੂੰ। ਕਾਲ ਨੇ ਕਦੀ ਕਿਹਾ ਤੁਹਾਨੂੰ ਕਿ ਵੀ ਤੁਸੀਂ ਜਾ ਕੇ ਪਾਠ ਕਰ ਲਓ, ਕਦੀ ਮੰਦਿਰ ਜਾਓ, ਕਦੀ ਗੁਰਦੁਆਰੇ ਜਾਓ? ਕਦੀ ਕਾਲ ਨੇ ਕਦੀ ਤੁਹਾਨੂੰ ਫੁਰਨਾ, ਕਦੀ ਥੋਟ ਦਿੱਤਾ? ਕਾਲ ਹਮੇਸ਼ਾ ਥੋਟ ਅੰਦਰੋਂ ਪੰਜ ਜਿਹੜੇ ਚੋਰ ਨੇ, ਪੰਜ ਚੋਰ ਚਿਤਵੇ ਵਿਕਾਰਾ, ਕਹਿੰਦੇ ਜਿਹੜੇ ਪੰਜ ਚੋਰ ਨੇ ਤੁਹਾਨੂੰ ਚਿੱਤ ਦੇ ਤੁਹਾਡੇ ਮਨ ਦੇ ਵਿੱਚ ਵਿਕਾਰ ਦਿੰਦੇ। ਕਹਿੰਦੇ ਤੂੰ ਫੇਸਬੁੱਕ ਕਰ ਲੈ, ਤੂੰ WhatsApp ਤੇ ਚੱਲ, ਤੂੰ ਆਹ ਕਰ ਲੈ, ਫਲਾਣਾ ਕਰ ਲੈ, ਸ਼ਾਪਿੰਗ ਕਰ ਲੈ, ਪਰ ਕਦੀ ਕਿਹਾ ਕਿ ਵੀ ਤੂੰ ਪ੍ਰਮਾਤਮਾ ਨੂੰ ਮਿਲ? ਕਦੀ ਕਿਹਾ ਕਿ ਪ੍ਰਭੂ ਦੀ ਬੰਦਗੀ ਕਰ? ਕਦੀ ਸਾਨੂੰ ਵਿਚਾਰ ਆਇਆ? ਕਦੀ ਨਹੀਂ ਆਉਂਦਾ। ਉਹ ਕਹਿੰਦੇ ਆ ਕਿ ਬਈ ਇਹ ਸਾਰਾ ਕਾਲ ਦੇ ਹੁਣ ਕਾਲ ਦਾ ਕੀ ਕੰਮ ਹੈ? ਕਾਲ ਕਰਾਂਦਾ ਕੀ ਇੱਥੇ? ਕਾਲ ਕਰਾਂਦਾ ਘਰ ਦੇ ਵਿੱਚ ਔਰਤ ਮਰਦ ਲੜਾਈਆਂ, ਕਲੇਸ਼, ਪਿਓ ਪੁੱਤਰ ਦੇ ਵਿੱਚ ਕਲੇਸ਼, ਇੱਕ ਦੂਜੇ ਨੂੰ ਮਾਰਨ ਤੇ ਆ ਜਾਂਦੇ ਨੇ। ਕਿਉਂ? ਸੱਚ ਹੈ ਕਿ ਨਹੀਂ ਹੈ? ਇਹ ਸੱਚ ਹੈ। ਸੰਸਾਰ ਦਾ ਘਰ ਘਰ ਦੀ ਇਹ ਪ੍ਰੋਬਲਮ ਹੈ। ਕੋਈ ਘਰ ਐਸਾ ਨਹੀਂ ਸੰਸਾਰ ਤੇ ਇੰਡੀਆ, ਅਮਰੀਕਾ, ਵਰਲਡ ਦੇ ਵਿੱਚ ਜਿੱਥੇ ਲੜਾਈਆਂ ਨਹੀਂ ਚੱਲ ਰਹੀਆਂ। ਕੋਈ ਘਰ ਐਸਾ ਨਹੀਂ ਕਿਸੇ ਪੁਆਇੰਟ ਦੇ ਉੱਤੇ ਕਿ ਵੀ ਇਹ ਪ੍ਰੋਬਲਮਸ ਨਹੀਂ ਅਰਾਈਜ਼ ਹੁੰਦੀਆਂ। ਕਈਆਂ ਘਰਾਂ ਦੇ ਵਿੱਚ ਮਿੰਟ ਤੇ ਟੂ ਦਾ ਪੁਆਇੰਟ ਕਿ ਸੁਸਾਈਡ ਕਰਨਾ ਸ਼ੁਰੂ ਕਰ ਦਿੰਦੇ ਨੇ। 50-year marriage and husband or wife is committing suicide after 50 years, even 50 years। ਕਿਉਂ? ਮਨ ਦੇ ਉੱਤੇ ਇਹ ਚੀਜ਼ਾਂ ਕਿਉਂ ਕਿੱਥੋਂ ਹੋ ਰਿਹਾ? ਇਹ ਕਹਿੰਦੇ ਕਾਲ ਦੇ ਦੇਸ਼ ਤੁਸੀਂ ਰਹਿੰਦੇ ਆ। ਇਹ ਸਾਰਾ ਜੋ ਤੁਹਾਨੂੰ ਨਜ਼ਰ ਆਉਂਦਾ ਹੈ ਕਾਲ ਦਾ ਬਣਾਇਆ, ਕਾਲ ਦੇ ਚੱਕਰਾਂ ਦੇ ਵਿੱਚ ਫਸੇ ਆ। ਕਹਿੰਦੇ ਇਹ ਚੋਂ ਨਿਕਲੋ। ਇਹ ਸੋਲਿਊਸ਼ਨ ਹੈ। ਸੋਲਿਊਸ਼ਨ ਗੱਲਾਂ ਬਾਤਾਂ ਦੇ ਨਾਲ ਨਹੀਂ, ਲਾਜ਼ ਦੇ ਨਾਲ ਵੀ ਓਨਲੀ ਹੀ ਥੋੜੀ ਦੂਰ ਹੀ ਆਪਾਂ ਜਾ ਸਕਦੇ ਹੈਗੇ ਆ। ਆਪਣੇ ਮਨ ਨੂੰ ਪਹਿਲੇ ਸਾਫ਼ ਕਰੋ, ਮਨ ਧੋਵੋ, ਸ਼ਬਦ ਲਾਗੋ, ਇਹਨੂੰ ਧੋਵੋ। ਮਨ ਧੋਤਾ ਜਾਏਗਾ ਤਾਂ ਤੁਸੀਂ ਕਿਸੇ ਨੂੰ ਕਲੇਸ਼ ਪਾਓਗੇ ਹੀ ਨਹੀਂ, ਕਿਸੇ ਨੂੰ ਦੁੱਖ ਦਿਓਗੇ ਹੀ ਨਹੀਂ। ਠੀਕ ਹੈ ਜੀ। ਫਿਰ ਵਰਕ ਪਲੇਸ ਦੇ ਉੱਤੇ ਜੇ ਤੁਹਾਡੀ ਕੋਈ ਸਬੋਰਡੀਨੇਟ ਹੈਗੀ ਆ, ਕੋਈ ਫੀਮੇਲ ਹੈ, ਤੇ ਉਹਦਾ ਹੱਕ ਬਣਦਾ ਕਿ ਵੀ ਉਹਨੂੰ ਆਰਗੇਨਾਈਜੇਸ਼ਨ ਦੇ ਵਿੱਚ ਉਹਨੂੰ ਪ੍ਰਮੋਸ਼ਨ ਮਿਲੇ। ਕਿ ਤੁਸੀਂ ਨਾ ਕਹੋਗੇ? ਜੇ ਤੁਸੀਂ ਸੱਚ ਦੇ ਰਸਤੇ ਤੇ ਤੁਰਦੇ ਹੋ, ਤੁਸੀਂ ਆਪ ਸੱਚੇ ਹੋ, ਤੁਸੀਂ ਕਿਸੇ ਨੂੰ ਤਾਂ ਦੁੱਖ ਦਿਓਗੇ? ਕਿਸੇ ਨੂੰ ਤੁਸੀਂ ਥੱਲੇ ਕਰੋਗੇ? ਕਦੀ ਵੀ ਨਹੀਂ ਕਰੋਗੇ। ਸੋ ਇਹ ਸਾਰਾ ਖੇਲ ਹੈਗਾ ਮਨ ਦਾ ਖੇਲ। ਮਨ ਤੋਂ ਸਾਰੀ ਸ਼ੁਰੂ ਹੁੰਦੀ ਹੈ। ਅਸੀਂ ਸਪਿਰਿਚੁਅਲ ਜੀਵ ਹੈਗੇ ਆ, ਤੇ ਜੇ ਮਨ ਨਹੀਂ ਆਪਣਾ ਹੋ ਸਕਦਾ, ਜੇ ਆਪਾਂ ਨਹੀਂ ਕੀਤਾ ਠੀਕ, ਜੇ ਆਪਾਂ ਨਾਮ ਨਹੀਂ ਜਪਿਆ, ਤੇ ਫਿਰ ਇਹ ਪ੍ਰੋਬਲਮਸ ਚੱਲਦੀਆਂ ਜਾਣਗੀਆਂ, ਵੱਧਦੀਆਂ ਜਾਂਦੀਆਂ ਨੇ, ਘਟਦੀਆਂ ਨੇ। ਇਹ ਮੇਰੇ ਵਿਚਾਰ ਨੇ ਜੀ। ਹਾਂਜੀ, ਬਿਲਕੁਲ ਬਿਲਕੁਲ ਵੀਰ ਜੀ, ਬਿਲਕੁਲ ਸਹੀ ਕਿਹਾ ਤੁਸੀਂ। ਪਰ ਮੈਂ ਗੱਲ ਕਰ ਰਹੀ ਹਾਂ ਕਿ ਵੂਮਨ ਐਂਡ ਮੈਨਸ, ਜਿਵੇਂ ਕਿ ਤੁਸੀਂ ਵੀ ਕਿਹਾ, ਡਿੰਪੀ ਜੀ ਨੇ ਦੱਸਿਆ, ਤੇ ਦੋਨੋਂ ਹੀ ਮਿਲ ਕੇ ਇੱਕ ਸ੍ਰਿਸ਼ਟੀ ਦੀ ਰਚਨਾ ਕਰਦੇ ਨੇ। ਦੋਵੇਂ ਹੀ ਪਰਮਾਤਮਾ ਦੇ ਜੀ ਨੇ। ਦੋਨਾਂ ਨੇ ਹੀ, ਜਿਵੇਂ ਤੁਹਾਡੇ ਕਹਿਣ ਮੁਤਾਬਕ, ਉਸੇ ਪਰਮਾਤਮਾ ਨੂੰ ਮੈਨ ਨੇ ਵੀ ਮਿਲਣਾ ਤੇ ਵੂਮਨ ਨੇ ਵੀ ਮਿਲਣਾ। ਫਿਰ ਵੀ ਮੈਨਸ ਵੂਮਨਸ ਵਿੱਚ ਇੱਕ ਹੋੜ ਜੀ ਲੱਗੀ ਰਹਿੰਦੀ ਆਪਣੇ ਆਪ ਨੂੰ ਸਾਬਤ ਕਰਨ ਦੀ, ਜਿੱਥੇ ਮੈਨਸ ਕਹਿੰਦੇ ਕਿ ਹਾਂਜੀ ਅਸੀਂ ਤੁਹਾਡੇ ਤੋਂ ਬੈਟਰ ਆ, ਵੂਮਨਸ ਕਹਿੰਦੇ ਕਿ ਅਸੀਂ ਤੁਹਾਡੇ ਤੋਂ ਬੈਟਰ ਆ। ਸੋ ਬੈਟਰ ਨਹੀਂ, ਮੈਂ ਕਹਾਂਗੀ ਦੋਨੋਂ ਇਕਵਲ ਹੈ। ਦੋਨਾਂ ਤੋਂ ਬਿਨਾ ਕੁਝ ਵੀ ਸੰਭਵ ਨਹੀਂ ਹੈ। ਤੇ ਇੱਥੇ ਗੱਲ ਆ ਜਾਂਦੀ ਹੈ ਅੱਗੇ ਚੱਲ ਕੇ ਕਿ ਇਮੋਸ਼ਨਲੀ ਰਾਈਟਸ। ਵੂਮਨਸ, ਮੈਂ ਵੀ ਇੱਕ ਵੂਮਨ ਆ, ਬਟ ਫਿਰ ਵੀ ਮੈਂ ਕਹਾਂਗੀ ਕਿ ਰਾਈਟਸ ਜਿਹੜੇ ਆਪਾਂ ਪਿਛਲੇ ਵਾਰ ਵੀ ਡਿਸਕਸ ਕੀਤਾ ਸੀ, ਡਿੰਪੀ ਜੀ ਤੁਹਾਨੂੰ ਪਤਾ ਕਿ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਸਾਰੇ ਰਾਈਟਸ ਬਣੇ ਹੋਏ ਆ ਵੂਮਨਸ ਲਈ, ਸਪੈਸ਼ਲੀ ਬਣੇ ਹੋਏ ਆ। ਰਾਈਟ, ਡੋਰੀ ਕੇसेस ਹੋ ਗਏ, ਰੇਪ ਕੇसेस ਹੋ ਗਏ, ਇਸ ਤਰ੍ਹਾਂ ਦੇ ਬਹੁਤ ਸਾਰੇ ਰਾਈਟਸ ਬਣੇ ਹੋਏ ਆ। ਤੇ ਇਹਨਾਂ ਰਾਈਟਸ ਦਾ ਵੂਮਨਸ ਇਮੋਸ਼ਨਲੀ ਕਰਕੇ ਕੁਝ ਨਾਜਾਇਜ਼ ਫਾਇਦਾ ਵੀ ਚੱਕਦੀ। ਰਾਈਟ, ਐਗਰੀ ਮੈਮ। ਕਿਸੇ ਵਕਤ ਬਹੁਤ ਜ਼ਿਆਦਾ ਸੀਗੇ, ਇਹ ਮੰਨਣ ਵਾਲੀ ਗੱਲ ਹੈ। ਦਾਜ ਦਹੇਜ ਲਈ ਪਰੇਸ਼ਾਨ ਕੀਤਾ ਜਾਂਦਾ ਸੀ ਵੂਮਨਸ ਨੂੰ ਕਿ ਲੜਕੀ ਦਹੇਜ ਲੈ ਕੇ ਆਵੇ, ਨਹੀਂ ਤਾਂ ਉਹਨੂੰ ਜਲਾ ਦਿਓ। ਪਰ ਅੱਜ ਦੀ ਲੜਕੀ ਪੜ੍ਹੀ ਲਿਖੀ ਹੈ, ਐਜੂਕੇਟਡ ਹੈ, ਸੋ ਅਗਰ ਉਹ ਨੋ ਹੈ ਤਾਂ ਉਹ ਸੱਸ ਵੀ ਹੈ। ਬਿਲਕੁਲ ਰਾਈਟ। ਸੋ ਅੱਜ ਦੇ ਮੌਜੂਦਾ ਸਮੇਂ ਦੌਰਾਨ ਇੱਕ ਵੂਮਨ ਹੋ ਕੇ ਮੈਂ ਇੱਕ ਗੱਲ ਕਹਿਣੀ ਚਾਹ ਰਹੀ ਹਾਂ ਕਿ ਵੂਮਨਸ ਉਸ ਲਾਅ ਦਾ ਨਾਜਾਇਜ਼ ਫਾਇਦਾ ਉਠਾ ਰਹੀਆਂ ਨੇ, ਕਿਉਂਕਿ ਆਈ ਡੋਂਟ ਥਿੰਕ ਕਿ ਇਸ ਪੜ੍ਹੇ ਲਿਖੇ ਸਮੇਂ ਦੇ ਵਿੱਚ ਕੋਈ ਵੂਮਨਸ ਜੋ ਸੱਸ ਹੈ
ਉਹ ਆਪਣੀ ਨੋ ਜੋ ਕਿ ਉਹ ਵੀ ਇੱਕ ਵੂਮਨ ਹੈ ਉਹਦੇ ਕੋਲੋਂ ਦਾਜ ਦਹੇਜ ਦੀ ਮੰਗ ਕਰਦੀ ਹੈ। ਬਿਲਕੁਲ ਠੀਕ ਹੈ ਨਾ ਜੀ। ਇਹ ਸੁਖਬੀਰ ਜੀ ਵਾਲੀ ਗੱਲ ਬਿਲਕੁਲ ਸਹੀ ਕਿ ਦੋਨਾਂ ਦੇ ਵਿੱਚ ਹਸਬੈਂਡ ਵਾਈਫ ਦੇ ਵਿੱਚ ਈਗੋ ਦੇ ਨਾਲ ਝਗੜੇ ਹੁੰਦੇ ਹਨ, ਜਿਹੜੀ ਕਿ ਅਗਰ ਹਸਬੈਂਡ ਨੂੰ ਬਰਦਾਸ਼ਤ ਨਹੀਂ ਤਾਂ ਉਹ ਉਲਟਾ ਪੁਲਟਾ ਕੰਮ ਕਰੇਗਾ, ਔਰਤ ਨੂੰ ਬਰਦਾਸ਼ਤ ਨਹੀਂ ਉਹ ਚੱਕ ਕੇ ਡੋਰੀਦਾਰ ਲਗਾ ਦੇਗੀ ਕੇਸ ਕਿ ਮੇਰੇ ਕੋਲ ਦਾਜ ਦਹੇਜ ਮੰਗਿਆ ਜਾ ਰਿਹਾ, ਮੇਰੇ ਸੱਸ ਸਹੁਰਾ ਪਰੇਸ਼ਾਨ ਕਰਦੇ ਆ, ਮੇਰੇ ਜੇਠ ਜਠਾਣੀ ਪਰੇਸ਼ਾਨ ਕਰਦੇ ਆ। ਨਤੀਜਾ ਕੀ ਹੁੰਦਾ ਹੈ ਕਿ ਬਿਨਾਂ ਜਾਂਚ ਪੜਤਾਲ ਕੀਤੇ ਉਸ ਕੇਸ ਦੀ ਵੂਮਨ ਦੇ ਇਮੋਸ਼ਨ ਦੇਖ ਕੇ ਉਹਦੇ ਆਂਸੂ ਦੇਖ ਕੇ ਪੂਰੇ ਪਰਿਵਾਰ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਤੇ ਲੜਕੇ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਪੂਰੀ ਲਾਈਫ ਦੇ ਲਈ ਉਸ ਪਰਿਵਾਰ ਦੇ ਉੱਪਰ ਇੱਕ ਕਲੰਕ ਲੱਗ ਜਾਂਦਾ ਹੈ ਕਿ ਹਾਂਜੀ ਇਹ ਦਹੇਜ ਲਈ ਪਰੇਸ਼ਾਨ ਕਰ। ਸੋ ਇੱਥੇ ਮੈਂ ਕਹਿਣਾ ਚਾਹਾਂਗੀ ਕਿ ਤੁਸੀਂ ਕੋਈ ਅਜਿਹਾ ਲਾਅ ਨਹੀਂ ਹੈ ਕਿ ਜਿਹਦੇ ਵਿੱਚ ਵੂਮਨ ਮੈਨਸ ਦੀ ਵੀ ਸੁਣਵਾਈ ਹੋ ਸਕੇ। ਸੁਖਬੀਰ ਜੀ ਮੈਂ ਤੁਹਾਡੇ ਕੋਲ ਵੀ ਪੁੱਛਣਾ ਚਾਹਾਂਗੀ ਕਿ ਕੋਈ ਇਸ ਤਰ੍ਹਾਂ ਦਾ ਲਾਅ ਨਹੀਂ ਹੈ ਕਿ ਮੈਨਸ ਦੀ ਵੀ ਸੁਣਵਾਈ ਹੋ ਸਕੇ ਕਿ ਗੱਲ ਗਲਤ ਹੈ ਜਾਂ ਸਹੀ ਹੈ ਤਾਂ ਉਹ ਆਪਣੀ ਪੁਕਾਰ ਕਿੱਥੇ ਜਾ ਕੇ ਕਰੇ। ਦੂਸਰੀ ਇੱਕ ਗੱਲ ਹੋਰ ਰਿੰਪੀ ਜੀ, ਜਿਸ ਤਰ੍ਹਾਂ ਕਿ ਰੇਪ ਦੇ ਕੇਸ ਦੀ ਤੁਸੀਂ ਗੱਲ ਕੀਤੀ, ਰੇਪ ਕੇਸਿਸ ਬਹੁਤ ਜ਼ਿਆਦਾ ਹੋ ਰਹੇ ਨੇ। ਈਵਨ ਕਿ ਬੱਚੀਆਂ ਵੀ ਮਹਿਫੂਜ਼ ਨਹੀਂ, ਛੋਟੀਆਂ ਛੋਟੀਆਂ ਪੈਦਾ ਹੁੰਦੀ ਬੱਚੀ ਮਹਿਫੂਜ਼ ਨਹੀਂ ਹੈ। ਈਵਨ ਮੈਨਸ ਵੀ ਮਹਿਫੂਜ਼ ਨਹੀਂ ਹੈ। ਮੈਂ ਇੰਡੀਆ ਦੇ ਵਿੱਚ ਵੀ ਇੱਥੇ ਲੋਕਲ ਵੀ US ਵਿੱਚ ਵੀ ਬਹੁਤ ਸਾਰੇ ਕੇਸ ਇੱਦਾਂ ਦੇ ਸੁਣੇ ਨੇ ਜਿਹਦੇ ਵਿੱਚ ਨੌਜਵਾਨ ਲੜਕੀਆਂ ਦੇ ਨਾਲ ਵੀ ਅਜਿਹੀ ਕਾਨੂੰਨੀਆਂ ਹਰਕਤਾਂ ਕੀਤੀਆਂ ਜਾਂਦੀਆਂ। ਸੋ ਵੀ ਕਾਂਟ ਸੇ ਕਿ ਔਰਤ ਆਦਮੀ ਵੀ ਮਹਿਫੂਜ਼ ਨਹੀਂ ਹੈ। ਇਹ ਹੈ ਵਹਿਸ਼ਗਰਦੀ, ਜਿਸ ਇਨਸਾਨ ਘਟੀਆ ਕਈ ਇਨਸਾਨ ਦੇ ਦਿਮਾਗ ਦੇ ਵਿੱਚ ਘਟੀਆ ਵਹਿਸ਼ ਵਾਸ਼ਨਾ ਹੁੰਦੀ ਹੈ ਕਿ ਨਾ ਵੂਮਨ ਦੇਖਦਾ ਨਾ ਮੈਨ ਦੇਖਦਾ, ਦੋਨਾਂ ਨੂੰ ਹੀ ਉਹ ਯੂਜ਼ ਕਰਦਾ, ਗਲਤ ਕੰਮ ਕਰਦਾ। ਠੀਕ ਹੈ ਜੀ। ਸੋ ਹੁਣ ਗੱਲ ਆਉਂਦੀ ਹੈ ਕਿ ਵੂਮਨਸ ਇਹਦਾ ਫਾਇਦਾ ਕਿਸ ਤਰ੍ਹਾਂ ਉਠਾ ਰਹੀਆਂ ਨੇ, ਵੂਮਨਸ ਕੀ ਕਰਦੀਆਂ ਨੇ। ਕੁਛ ਤਾਂ ਮੈਂ ਇਹ ਮੰਨਣ ਵਾਲੀ ਗੱਲ ਹੈ, ਇਹ ਦੇਖਣ ਵਾਲੀ ਦੇਖੀ ਹੋਈ ਗੱਲ ਹੈ, ਅੱਖੀ ਦੇਖੀ ਹੋਈ ਗੱਲ ਹੈ ਕਿ ਵੂਮਨਸ ਦੇ ਨਾਲ ਇਸ ਤਰ੍ਹਾਂ ਦਾ ਹੁੰਦਾ ਹੈ। ਲੇਕਿਨ ਕੁਛ ਵੂਮਨਸ ਲੇਡੀਜ਼ ਖਾਸ ਤੌਰ ਤੇ ਯੰਗ ਗਰਲਸ they make relation, they make boyfriend, ਇੰਟਰਨੈਟ ਦੀ ਵਜ੍ਹਾ ਦੇ ਨਾਲ ਟੀਵੀ ਸਿਨੇਮਾ ਸਭ ਕੁਝ ਦੇਖ ਕੇ, ਫੇਸਬੁੱਕ ਹੈ, ਇੰਸਟਾਗ੍ਰਾਮ ਹੈ, ਸੋਸ਼ਲ ਸਾਈਟ ਹੈ, ਇਸ ਤਰ੍ਹਾਂ ਦੇ ਰਿਲੇਸ਼ਨ ਬਣਾ ਲੈਂਦੀਆਂ ਨੇ ਕਿ ਇੱਕ ਸਭ ਤੋਂ ਵੱਡੀ ਗੱਲ ਪੈਸੇ ਦੀ ਹੋ। ਇਸ ਦੇ ਚੱਕਰ ਦੇ ਵਿੱਚ ਉਹ ਇੰਨੇ ਕੁ ਰਿਲੇਸ਼ਨ ਬਣਾ ਲੈਂਦੀਆਂ ਨੇ ਕਿ ਇੱਕ ਬॉयਫ੍ਰੈਂਡ ਤੋਂ ਉਹ ਬਹੁਤ ਕੁਝ ਐਕਸੈਪਟ ਕਰਦੀ ਹੈ। ਔਰ ਜਦੋਂ ਉਹਨਾਂ ਦੀ ਐਕਸੈਪਟੇਸ਼ਨ ਨਹੀਂ ਹੁੰਦੀ, ਮੈਂ ਇੱਕ ਵੂਮਨ ਆ, ਮੇਰੀ ਗੱਲ ਨੂੰ ਪਲੀਜ਼ ਗਲਤ ਨਹੀਂ ਲੈਣਾ, ਇਹਨਾਂ ਦੇ ਵਿੱਚ ਬਹੁਤ ਸਾਰੀ ਸਾਡੇ ਵਿੱਚ ਅਗਰ ਕੋਈ ਚੰਗਿਆਈਆਂ ਵੀ ਨੇ ਵੂਮਨਸ ਤੇ ਬਹੁਤ ਬੁਰਾਈਆਂ ਵੀ ਆਈਆਂ ਨੇ ਸਾਡੇ ਵਿੱਚ। ਮੈਨਸ ਵਿੱਚ ਵੀ ਇਕੁਅਲ ਹੈ, ਇਸੇ ਤਰ੍ਹਾਂ ਹੀ ਅੱਛਾਈਆਂ ਨੇ ਤੇ ਬੁਰਾਈਆਂ ਵੀ ਨੇ, ਬੁਰਾਈਆਂ ਨੇ ਤੇ ਅੱਛਾਈਆਂ ਵੀ ਨੇ। ਸੋ ਕੁਝ ਵੂਮਨਸ ਕੀ ਕਰਦੀਆਂ ਨੇ ਲੇਡੀਜ਼ ਕੀ, ਉਹ ਫਿਰ ਚੱਕ ਕੇ ਰੇਪ ਦਾ ਕੇਸ ਲਗਾ ਦੇਣਗੇ ਕਿ ਸਾਡੇ ਨਾਲ ਰੇਪ ਕੀਤਾ। ਉੱਥੇ ਵੀ ਪੁਲਿਸ ਪੂਰੀ ਤਰ੍ਹਾਂ ਕਾਰਵਾਈ ਨਹੀਂ ਕਰਦੀ, ਇਮੋਸ਼ਨਲਸ ਦੇਖ ਕੇ ਉਹ ਲੜਕੇ ਦੇ ਨਾਲ ਨਾਇਨਸਾਫੀ ਹੁੰਦੀ, ਜਨਤਾ ਵੀ ਉਹ ਲੜਕੀ ਦੇ ਨਾਲ ਹੁੰਦੀ ਹੈ। ਪਰ ਜਿੱਥੇ ਕਿ ਇੱਕ ਲੜਕੀ ਦੇ ਨਾਲ ਸੱਚਮੁੱਚ ਹੀ ਅਜਿਹਾ ਕਾਨੂੰਨਾ ਕੰਮ ਹੁੰਦਾ ਹੈ, ਉੱਥੇ ਨਾ ਤਾਂ ਪੁਲਿਸ ਕੁਝ ਕਰਦੀ ਹੈ ਤੇ ਨਾ ਹੀ ਜਨਤਾ ਉਹਨਾਂ ਦਾ ਸਾਥ ਦਿੰਦੀ ਹੈ, ਤੇ ਲੜਕੀ ਦੇ ਨਾਲ ਇਨਸਾਫ ਵੀ ਨਹੀਂ ਹੁੰਦਾ ਤੇ ਲੜਕਾ ਆਪਣੇ ਪੈਸੇ ਦੇ ਜ਼ੋਰ ਤੇ, ਆਪਣੀ ਪਹੁੰਚ ਦੇ ਜ਼ੋਰ ਤੇ ਬਰੀ ਹੁੰਦਾ। ਸੋ ਇਸ ਤਰ੍ਹਾਂ ਦੇ ਕੁਝ ਰਾਈਟਸ ਸਾਡੇ ਬੜੇ ਵੀ ਹੋਏ ਹਨ ਜਿਨ੍ਹਾਂ ਦਾ ਅਸੀਂ ਨਾਜਾਇਜ਼, ਸਾਡੀ ਵੂਮਨਸ ਐਂਡ ਮੈਨਸ ਹੈ, ਨਾਜਾਇਜ਼ ਫਾਇਦਾ ਵੀ ਉਠਾਉਂਦੇ ਆ ਤੇ ਕਈਆਂ ਨੂੰ ਰਾਈਟਸ ਦਾ ਪਤਾ ਹੀ ਨਹੀਂ ਹੈ। ਸੋ ਸੁਖਬੀਰ ਜੀ ਤੁਸੀਂ ਇਸ ਬਾਰੇ ਕੁਝ ਦੱਸੋ ਕਿ ਕੋਈ ਅਜਿਹਾ ਸੈੱਲ ਨਹੀਂ ਹੈ ਕਿ ਜਿੱਥੇ ਅਗਰ ਨਾਜਾਇਜ਼ ਕੇਸ ਦੇ ਵਿੱਚ ਇੱਕ ਮੈਨਸ ਦੇ ਨਾਲ ਬੇਇਨਸਾਫੀ ਹੁੰਦੀ ਹੈ ਤਾਂ ਉਹ ਆਪਣੀ ਪੁਕਾਰ ਜਾ ਕੇ ਕਰੇ ਕਿ ਮੇਰੇ ਨਾਲ ਇਨਸਾਫ ਕੀਤਾ ਜਾਵੇ। ਹਾਂਜੀ ਪ੍ਰੀਤ ਜੀ, ਪਹਿਲੇ ਤਾਂ ਤੁਸੀਂ ਥੋੜੇ ਜਿਹੇ ਟੌਪਿਕ ਦੇ ਉੱਤੇ ਟੱਚ ਕੀਤਾ ਸੀਗਾ, ਰੇਪ ਲਾਜ਼ ਵਗੈਰਾ। ਹਾਂਜੀ ਮੈਂ ਇੱਕ ਗੱਲ ਕਹਿਣਾ ਚਾਹਾਂਗਾ, ਆਈ ਜਸਟ ਵਾਂਟ ਟੂ ਗੈਟ ਇਟ ਆਫ ਮਾਈ ਚੈਸਟ, ਕਿ ਵੀ ਪਹਿਲੇ ਪਿੱਛੇ ਦਿੱਲੀ ਦੇ ਜਿਹੜਾ ਰੇਪ ਹੋਇਆ ਸੀਗਾ, ਆਪਣਾ ਕੀ ਨਾਮ ਸੀਗਾ ਉਹਦਾ, ਦਿੱਲੀ ਵਿੱਚ ਨਿਰਭਿਆ, ਦਾਮਿਨੀ, ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਫਾਂਸੀ ਵਗੈਰਾ ਵੀ ਹੋਈ ਸੀ ਮੁੰਡਿਆਂ ਨੂੰ। ਹਾਂਜੀ ਮੇਰਾ ਖਿਆਲ ਇੱਕ ਨੇ ਸੁਸਾਈਡ ਵੀ ਕਰ ਲਈ ਸੀਗੀ, ਇਸ ਤਰ੍ਹਾਂ ਇੱਕ ਨੂੰ ਛੱਡ ਵੀ ਦਿੱਤਾ ਸੀਗਾ ਕਿਉਂਕਿ ਉਹ ਅੰਡਰ 18 ਸੀਗਾ। ਤੇ ਉਹਦੇ ਵਿੱਚ ਖੱਪ ਬੜੀ ਪਈ ਸੀਗੀ ਕਿ ਵੀ ਡੈਥ ਪੈਨਲਟੀ ਹੋਣੀ ਚਾਹੀਦੀ ਹੈ। ਰੇਪ, there should be a death penalty।
मैं बिल्कुल अग्री नहीं करता इस चीज दे नाल जी। there are a number of reasons why, क्योंकि पहली गल तो मैं कैपिटल पनिशमेंट तो टोटली भावें कोई भी केस है, भावें मर्डर का केस है, भावें कुछ भी, आई एम एब्सोल्युटली अगेंस्ट किलिंग अनदर ह्यूमन बीइंग। बिल्कुल कैपिटल पनिशमेंट होनी नहीं चाहिए। और फिर कैपिटल पनिशमेंट उस चीज वास्ते रिजर्व हो रही है जिथे के कोई इस तरह का सर्कमस्टांशियल एविडेंस ही है सिर्फ एट बेस्ट, कि मतलब कि भाई चीज कोई बरामद हुई सी उथों या किस तरह इस तरह, मतलब कि उन रेप केस दे सीमन सीगा या कुछ सीगा इस तरह दा। पर तुहानू ये कदी पता नहीं चल सकता कि भाई वर दे विलिंग पार्टनर्स एट दैट टाइम और व्हाटएवर द सिचुएशन वाज। मैं कहना इवन के इफ देयर वाज अ रेप, still I don't think a death penalty is equal to a rape. I don't feel that she should be put in for 25-30 years to teach the person and the society, give society a notice that if you do this, there's stringent punishment, there's very strict punishment accorded with that. But I don't think that you kill a person over rape. I think the capital punishment is very, very wrong. दूसरी चीज ਜਿਹੜੀ ਤੁਸੀਂ ਕਹਿ ਰਹੇ ਸੀ ਕਿ ਕੋਈ ਐਸੇ ਐਵੇਨਿਊਜ਼ ਆਊਟਲੈਟਸ ਹੈਗੇ ਨੇ ਫॉर men ਇੱਥੇ US ਦੇ ਵਿੱਚ, to be honest with you, ਮੇਰੇ ਦੇਖਣ ਦੇ ਵਿੱਚ ਆਇਆ ਹੈਗਾ ਕਿ most of the organizations ਜਿਹੜੀਆਂ ਹੈਗੀਆਂ ਨੇ social organizations, ਉਹ women ਦੇ they're geared towards women। ਇਹ women's ਦੀ ਹੈਲਪ ਜ਼ਿਆਦਾ ਇੱਥੇ ਵੀ ਕੀਤੀ ਜਾਂਦੀ ਹੈਗੀ ਹੈ। ਇੰਡੀਆ ਦੇ ਵਿੱਚ ਵੀ ਆਮ ਨਾਟ ਅਵੇਅਰ, ਆਲਦੋ ਆ ਜਿਹੜਾ ਸੈਕਸ਼ਨ ਸੀਗਾ 498 ਜਿਹੜਾ ਡਾਊਰੀ ਲਾਅ ਬਣਾਇਆ ਗਿਆ ਸੀਗਾ, ਉਹਦੇ ਤਹਿਤ ਕਾਫੀ ਜਿਹੜੀਆਂ ਆਰਗੇਨਾਈਜੇਸ਼ਨਸ ਹੁਣ ਖੁੱਲ ਗਈਆਂ ਨੇ ਚੰਡੀਗੜ੍ਹ ਦੇ ਵਿੱਚ, ਆਈ ਨੋ ਪੰਜਾਬ ਦੇ, ਲੁਧਿਆਣੇ, ਜਲੰਧਰ ਦੇ ਵਿੱਚ, ਦਿੱਲੀ ਦੇ ਵਿੱਚ, ਮੇਜਰ ਸ਼ਹਿਰਾਂ ਦੇ ਵਿੱਚ ਐਸੀਆਂ ਆਰਗੇਨਾਈਜੇਸ਼ਨਸ ਹੈਗੀਆਂ ਨੇ ਜਿਹੜੀਆਂ ਕਿ ਅੱਜ ਜਿਹੜੀਆਂ ਕਿ ਮੈਨ ਦੀਆਂ ਹੈਲਪ ਕਰ ਰਹੀਆਂ ਨੇ। and I know of some of these personally. There are lawyers associated with these groups ਜਿਹੜੇ ਕਿ ਜੇ ਕੋਈ ਕੇਸ ਫਾਈਲ ਹੁੰਦਾ ਝੂਠਾ ਜਾਂ ਜੋ ਵੀ ਹੈ, ਉਹਦੇ ਲਾਇਰਸ ਜਿਹੜੇ ਨੇ ਫ੍ਰੀ ਆਫ ਚਾਰਜ ਉਹਨੂੰ ਰਿਪਰੈਜ਼ੈਂਟ ਕਰ ਰਹੇ ਨੇ, ਬੜੀ ਮਦਦ ਕਰਦੇ ਨੇ, ਚਿੱਠੀਆਂ ਵਗੈਰਾ ਭੇਜਣੀਆਂ। ਸੋ ਆਈ ਨੋ ਦੈਟ ਆਈਵ ਸੀਨ ਦੈਟ ਮਾਈ ਸੈਲਫ। ਸੋ ਇਹ ਚੀਜ਼ਾਂ ਹੈਗੀਆਂ ਨੇ। ਬਾਕੀ ਦੈਟਸ ਜਸਟ ਟੂ ਆਨਸਰ ਯੂਰ ਕੁਐਸਚਨ। ਤਾਂ ਦੂਸਰਾ ਤੁਹਾਡਾ ਕੀ ਸਵਾਲ ਸੀਗਾ ਜੀ? ਮੈਂ ਤੁਹਾਨੂੰ ਇਹੀ ਪੁੱਛ ਰਹੀ ਸੀ ਕਿ ਇਸ ਤਰ੍ਹਾਂ ਦੇ ਰਾਈਟਸ ਮੈਨਸ ਨੂੰ ਕੀ ਰਾਈਟਸ ਹਨ, ਲਾਅ ਤੇ ਇਲਾਵਾ ਕੀ ਰਾਈਟਸ ਹਨ, ਉਹ ਕਿੱਥੇ ਜਾ ਸਕਦਾ ਹੈ, ਕੀ ਕਰ ਸਕਦਾ ਹੈ ਅਗਰ ਉਹਦੇ ਖਿਲਾਫ ਨਾਇਨਸਾਫੀ ਕਰਦੀ ਹੈ ਵੂਮਨਸ ਦਾ? ਦੇਖੋ ਲਾਅ ਜਿਹੜਾ ਹੈਗਾ ਇਟਸ ਅ ਰੈਗੂਲਰ ਐਵੀਡੈਂਸ਼ਰੀ ਸਟੇਟਸ ਹੈਗਾ ਫॉर द men ਕਿ ਵੀ ਮੈਂ ਆਦਮੀ ਨੂੰ ਪ੍ਰੂਵ ਕਰਨਾ ਪਏਗਾ ਕਿ ਵੀ ਵਾਕਿਆ ਹੋਇਆ ਇਦਾਂ ਹੋਇਆ ਮੇਰੇ ਨਾਲ before a case can be filed. But that is not the true, is not the same with the women. ਜਿਹੜੀਆਂ ਔਰਤਾਂ ਦੇ ਨਾਲ ਇਹ ਚੀਜ਼ ਨਹੀਂ ਹੈਗੀ। ਇਨ ਕੇਸ insofar as rape ਹੋ ਗਿਆ ਜਾਂ ਡਾਊਰੀ ਹੋ ਗਿਆ, very little evidence ਜਾਂ very little investigation I think is needed for somebody to be arrested. ਇਹ ਚੀਜ਼ ਹੈਗੀ ਆ। ਸੋ ਤਾਂ ਜਿਹੜਾ ਸਟੈਂਡਰਡ ਆਫ ਐਵੀਡੈਂਸ ਜਿਹੜਾ ਹੈਗਾ, ਜਿਹੜਾ ਆਦਮੀਆਂ ਵਾਸਤੇ ਉਹ ਹਾਇਰ ਹੈ, ਵੂਮਨਸ ਵਾਸਤੇ ਇੰਨਾ ਸਟੈਂਡਰਡ ਆਫ ਐਵੀਡੈਂਸ ਨਹੀਂ ਹੈਗਾ ਟੂ ਫਾਈਲ ਐਨ FIR ਇਨੀਸ਼ੀਅਲੀ ਜਾਂ ਜੋ ਵੀ ਹੈਗਾ। ਇਹ ਵੀ ਇੱਕ ਇਨਇਕੁਐਲਿਟੀ ਹੈ। ਇਹ ਵੀ ਇਨਇਕੁਐਲਿਟੀ ਇਨ ਅ ਰੀਅਲ ਵਰਲਡ ਇਹ ਨਹੀਂ ਹੋਣੀ ਚਾਹੀਦੀ। ਜੇ ਆਪਾਂ ਕਹਿੰਦੇ ਆ ਕਿ ਵੀ ਦੋਨੋਂ ਇਕੁਅਲ ਹੈਗੇ ਨੇ, it is wrong in my view. हाँ जी। हाँ जी डीपी, आप बताएं कि इंडिया में कोई भी ऐसा सेल है जिसमें एक अगर आदमी के साथ कोई ज्यादती हो रही है so he can go for justice? मैम जस्टिस इंडिया की अगर बात करें तो जस्टिस इज इक्वल फॉर ऑल, मतलब मेल हो या फीमेल हो। आई थिंक मेल और फीमेल में कोई ऐसे बायस नहीं है। जस्टिस मीन्स सबके साथ में, मतलब कि एक तरह से पेश आना, मतलब कि सब जस्टिस दिया जाए। उसमें ऐसा नहीं है कि फीमेल है तो उसको ज्यादा इंपॉर्टेंस दी जाए। डेफिनेटली अगर हम बात कर रहे थे मेन वर्सेस वीमेन की एंड वीमेन एम्पावरमेंट की,
तो हम ये बात करते हैं कि हमेशा फीमेल को वो राइट्स नहीं दिए गए हैं। राइट्स मतलब कि जो मेन को दिए गए हैं, फीमेल उसके कंपैरिजन में हमेशा कम रही है। बट अगर आज की बात करें, 21st सेंचुरी की बात करें, तो इस चीज में बहुत इंप्रूवमेंट हुई है। फीमेल्स को इक्वल राइट दिए गए हैं, इनफैक्ट उससे ज्यादा मतलब कि हक दिया गया मेल से ज्यादा। जैसे कि सर ने लॉ की अगर बात करें, तो अभी आप भी बात कर रहे थे कि अगर डॉरी केसेस होते हैं, कोई डिवोर्स केस की बात होती है, कोई रेप केस की बात होती है, इट इज सैड टू नो कि 85% केसेस, जैसे कि सर ने मेंशन किया, कि हमने देखा कि फीमेल ने मतलब कि गलत मतलब इल्जाम लगाया है मेल्स पे। मतलब कि उनकी पूरी फैमिली को परेशान होना पड़ा है, मेल्स की फैमिली को, लड़के की फैमिली को मतलब कि तंग किया गया पुलिस के द्वारा या कोर्ट के द्वारा। 85% केस। डिम्पी आपकी आवाज एंड अगर रेप केसेस, अब ठीक। अगर रेप केसेस की बात करें, जैसे आपने मेंशन किया है कि मतलब फीमेल्स मतलब कि गलत इल्जाम लगाते हैं मेल्स पे, तो वो भी बहुत गलत है। अगर आपने बोला है कि हम कैसे मेल्स कैसे आवाज अपनी उठा सकते हैं, अगर फॉर एग्जांपल कोई केस लिया जाए, कोई डिवोर्स का केस है जिसमें कि फीमेल ने मतलब इल्जाम लगाया है मेल पे कि मतलब कि उनसे डॉरी ली गई है, और उसके साथ डोमेस्टिक वायलेंस भी की जाती है, उसको परेशान किया जाता है हर तरीके से। तो अगर कोर्ट में वो सुनवाई हो रही है, जज वहां पे है, पुलिस केस मतलब कि डोमेस्टिक वायलेंस एक्ट है, 498 है, जैसे कि सर ने मेंशन किया वो एक्ट है, तो आई थिंक उसमें पूरी मतलब कि इन्वेस्टिगेशन की जाती है उस चीज में। मतलब मेल को अपना भी मतलब जितना कि फीमेल मतलब कि हक दिया गया कि वो अपना पक्ष रख पाए, वो बोल पाए अपने बारे में, तो मेल्स को भी बोला जाता है कि वो भी इस चीज के बारे में आवाज उठा पाए, उनसे भी उनके बारे में पूछा जाता है कि अगर वो चीज सही है, दे कैन मतलब कि गो अगेंस्ट दैट। अगर उनको लगता है कि नहीं, जो लड़की बोल रही है वो गलत बोल रही है एंड वो इस मामले में ठीक है, सो दे हैव देयर राइट, दे हैव राइट टू स्पीक। मतलब कि दिस इज मतलब कि इंडिया में ये लॉ है कि वी हैव राइट टू एक्सप्रेस आवरसेल्व्स। उसमें मेल और फीमेल का कोई डिफरेंस नहीं है, दे आर इक्वल एज एन इंडिविजुअल, कि वो बता सकते हैं कि हाँ ऐसा हुआ था कि नहीं हुआ था। एंड आई एम श्योर कि इंडिया का जो जस्टिस है, इंडिया का जो लीगल सिस्टम है, वो ऐसा नहीं है, इतना ज्यादा नहीं कि वो सिर्फ फीमेल्स के साथ ही जाएगा या फीमेल्स की ही साइड लेगा। मतलब कि कोई भी डिसीजन देने से पहले हमेशा मतलब कि एक जो जज वहां पे बैठे हैं, जस्टिस हैं, वो मेल और फीमेल का इक्वली उनको सुना जाएगा, उसके बाद ही वो डिसीजन लिया जाता है। जैसे कि वीमेन सेल है, वीमेन्स वहां पे जाती है, केस फाइल करते हैं, उसके बाद इन्वेस्टिगेशंस में डेफिनेटली दे गेट टू नो कि हाँ जो बोल रही है फीमेल वो सही है कि नहीं। एंड अगर जैसे कि रेप की बात भी करते हैं, तो मोस्ट ऑफ द केसेस में ऐसा होता है कि हाँ फीमेल्स को बोला जाता है कि वो गलत हैं, अपनी ड्रेसेस उनकी अप्रोप्रिएट नहीं है, उनको ठीक से मतलब कि वो लेट आवर्स में काम कर रही हैं, डिस्क जा रही हैं, ड्रिंक कर रही हैं। डेफिनेटली फीमेल्स भी उतनी गलत हैं, बट आई वुड से कि मेल्स एंड फीमेल्स को इक्वली हमें एजुकेट करना चाहिए, अवेयर करना चाहिए। अगर हम फीमेल्स को बोलते हैं कि कपड़े अपने अप्रोप्रिएट डालो, तो हमें मेल्स को भी उतना ही सिखाना है कि वो भी मतलब कि फीमेल्स को गलत तरीके से ना देखें। एंड क्योंकि अगर बाहर की लड़की है तो घर में अपने भी एक सिस्टर है, एक मदर है, एंड अ मेल शुड रिस्पेक्ट फीमेल इन एवरी वे। आगे मैम मतलब कि और बताइए कि हाउ कैन आई हाँ जी, एक्सप्रेस मतलब। हाँ यस जी डिम्पी, आपने बिल्कुल सही कहा कि ये संस्कार जो है वो बेटा और बेटी दोनों को देने चाहिए, घर से ही आते हैं। अगर माँ बाप शुरू से ही बच्चे को, वो चाहे बेटा है या बेटी है, एक दूसरे की इज्जत करना सिखाते हैं, एक दूसरे की रिस्पेक्ट सिखाते हैं, एक दूसरे का बताते हैं कि तुम्हारे भाई की क्या वैल्यू है, और बहन को बताते हैं तुम्हारे भाई की वैल्यू, भाई को बताते हैं तुम्हारी बहन की वैल्यू। जाहिर है कि वो बाहर जाके भी औरत के साथ रिस्पेक्ट से पेश आएगा और औरत भी उसका उतना ही सम्मान करेगी। तो बात सुखबीर जी की कि हमारे जी की पहली बात जो उन्होंने कही थी कि प्रॉब्लम आती कहाँ से, हमारे घर से, प्रॉब्लम। संस्कारों से। अगर एक फैमिली में जब बच्चा पैदा होता है, वो कुछ उसको माँ ही संस्कार देती है। फैमिली का बड़े बुजुर्ग, पहले तो ज्वाइंट फैमिली हुआ करती थी, घर में दादा दादी चाचा चाची सब मिलके बच्चे की परवरिश करते थे, अच्छे संस्कार मिलते थे। और इस तरह से उस समय मुझे नहीं लगता हमने अपनी दादी नानी किसी से सुना हो कि कोई बलात्कार होता था या क्या होता था। और मेरे बचपन की बात भी है कि हम लोग सब इक्वली खेला करते थे, कोई बॉयज गर्ल्स का कोई फर्क नहीं होता था। आज सिंगल फैमिली हो गई है, मैन वुमेन एंड किड्स, एंड मैन वुमेन्स दोनों के पास, पेरेंट्स के पास टाइम नहीं है बच्चे के लिए। बच्चा टीवी देख रहा है, इंटरनेट देख रहा है, गलत कर रहा है सही कर रहा है, उनको कुछ मतलब नहीं। उनको अपनी सोशल लाइफ से है, बच्चे को
लैपटॉप दिया, आईपैड दिया, टीवी के सामने बिठाया, वो खाना खा रहा है, खेल रहा है, पढ़ रहा है, देर ओवर। सो इस तरह से जाके बच्चा जब बिगड़ जाता है तो सामाजिक माहौल खराब होता है। इसी वजह से आजकल जितने भी रेप केसेस हो रहे हैं, क्योंकि ना तो मेंस को वुमेन्स की कदर है, वो जो देखता है इंटरनेट पे वही सोचता है, ना वुमेन्स को मेंस की कदर है, वो जो देखती है फेसबुक के कि किस तरह से मैं फायदा उठा सकती, वो उठाती है। सो इस बारे में मेरी ये राय है कि ना वुमेन ना मेंस, दोनों के लॉ की जगह एक साझा लॉ, एक ऐसा सेल होना चाहिए, वो चाहे इंडिया है या यूएस है या कहीं भी है, एक ऐसा सेल हो जहां पे दोनों ही जाके जस्टिस के लिए अपनी रिक्वेस्ट कर सके। अगर वुमेन है तो वो भी जाके बताए कि मेरे को पुरुष ने ऐसे प्रताड़ित किया, जब मुझे ये प्रॉब्लम है, तो मेंस भी जाए तो अपनी बताए। और दो वो सेल जो है, जितने भी ऑफिसर्स हो उसमें जो टीम हो, वो दोनों का बराबरी से, बिना किसी पक्षपात के, बिना किसी की पहुंच, बिना किसी की रेपुटेशन, बिना किसी की कौन सी पार्टी से ताल्लुक रखता है, ये सब देखे, बिना पैसा लिए दोनों की बराबर ही कार्रवाई करे, दोनों को इंसाफ दिलाए। सो ये साबित हो चुका है कि वुमेन्स के साथ अगर जाती होती है, वुमेन्स उसका गलत, उनके लिए राइट बने, वो गलत फायदा भी उठाती है, और मेंस भी। सो इस बात पे चलो, ये हमारा रहा ये टॉपिक, लेकिन मैं अब सबकी अपनी ओपिनियन है, मैंने अपनी ओपिनियन दे दी कि एक ऐसा सेल हो। तो सुखबीर जी, आप बहुत ही क्वालिफाइड हैं, जज हैं, अटर्नी हैं, आप क्या कहते हैं, आपकी क्या विचार है इस बारे में? क्या मेरी बात सही है कि दोनों के लिए एक ही सेल होना चाहिए? बिल्कुल जी, जिस तरह तुसी क्या कि भी एक सेल होना चाहिए, एक सेल होना चाहिए, वो सेल तो है, वो सेल का नाम है कोर्ट सिस्टम। कोर्ट सिस्टम, द कोर्ट सिस्टम, द प्रोसिक्यूटर, द डिफेंस एंड द जज, वो सेल तो बना हुआ है, बट इट्स नॉट, I don't know if it has been that good of a system. ये नहीं मालूम है, पर जो वुमेन सेल है जो बनाया गया इंडिया में, जैसे मतलब के जगह जगह पे वुमेन सेल है, हाउ डू मेन फील, आदमी क्या फील करेंगे देख के कि भी ये तो इनका ही है, सो नॉर्मली हाउ डज इट लुक, हाउ डज इट स्मेल to have a women's cell? आदमी तो यही सोचते हैं और सोचेंगे, I'm a male and I would always think कि अगर मेरे खिलाफ केस फाइल हुआ है तो ये वुमेन का सेल है, वुमेन मेरे खिलाफ ही जाएंगी, go against me, ठीक है ना? So it's how good is that? How good is that to think कि भाई ये तो इनका ही है, इन्होंने मेरे खिलाफ ही बात करनी है? I think if anything, एक न्यूट्रल पार्टी होनी चाहिए, न्यूट्रल सिट होनी चाहिए, स्पेशल इन्वेस्टिगेटिव यूनिट होने चाहिए, इट शुड बी न्यूट्रलिटी, जेंडर न्यूट्रल, नॉट जेंडर बायस्ड, ये होना चाहिए, ये बहुत जरूरी है टू ब्रिंग अबाउट इक्वालिटी इन सोसाइटी, दैट आई डोंट फील एग्जिस्ट्स इवन टुडे इन इंडिया। बिल्कुल बिल्कुल सुखबीर जी, सेम यही गल जो तुसी कह रहे हो कि मेंस की सोचेंगे, अगर मेंस ਲਈ कोई सेल बनता है तो वुमेन्स भी यही सोचेंगे। बिल्कुल बिल्कुल ऐसे करके मैं कह रही कि जो भी ये है एक साझा होना चाहिए, जिवें तुसी दस्सिया कि कोर्ट सेल हैगा, पर अगर ਉਹਦੇ ਲਈ ਲੋਕਾਂ ਵਿੱਚ ਜਾਗਰੂਕਤਾ नहीं है, लोगों को पता ही नहीं है उस चीज का, सो मेंस वुमेन कोई भी ਉਹਦਾ फायदा नहीं उठा सकता। दूसरी गल कि ਉਹਨਾਂ ਦੀ ਟੀਮ, ਉਹ ਸੈੱਲ ਦੀ ਟੀਮ ਹੀ ਵਾਕਿਆ ਹੀ ਕੰਮ ਕਰ ਰਹੀ ਹੈ। ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਅਗਰ ਇੱਕ ਕੋਰਟ ਸੈੱਲ ਬਣਿਆ ਹੋਇਆ ਹੈ, ਇਸ ਕੋਰਟ ਸੈੱਲ ਦੀ ਟੀਮ ਨੂੰ ਪੂਰੀ ਤਰ੍ਹਾਂ ਸੋਹਣੀ ਤਰ੍ਹਾਂ ਅਗਰ ਉਹ ਮੇਲਸ ਫੀਮੇਲਸ ਪੂਰੀ ਪਬਲਿਕ ਦਾ ਵਿਸ਼ਵਾਸ ਜਿੱਤਦੇ ਹੈ, ਜਸਟਿਸ ਕਰਦੇ ਹੈ, ਤਾਂ ਲੋਕਾਂ ਦੇ ਵਿੱਚ ਉਹਨਾਂ ਦੇ ਲਈ ਇੱਕ ਵੈਲਿਊ ਹੋਰ ਵਧੇਗੀ, ਲੋਕੀ ਜਾਣਗੇ, ਲੋਕਾਂ ਨੂੰ ਪਤਾ ਲੱਗੇਗਾ, ਰਾਈਟ? ਸੋ ਥੈਂਕ ਯੂ ਸੋ ਮਚ, ਤੁਸੀਂ ਬਹੁਤ ਸੋਹਣੀ ਇਸ ਗੱਲ ਦੇ ਉੱਪਰ
सिट्टा की निकलिया गल वही कि मैनस वोमेंस इक्वल है, दोनों ही एक सृष्टि के रचनहार ने, दोनों के बिना कोई भी पूरा नहीं है। एक नवी दुनिया पैदा करने, एक नवा जी पैदा करने लई दोनों दी ही उन्नी वैल्यू है, मर्द तो औरत तो बिना दोनों नहीं कुछ कर सकते। दूसरी गल कि कामकार दे विच भी बराबर ने, अगर मैनस काम कर रहा है तो वोमेंस भी काम कर रही है। तीसरी गल घर चलाने दे विच भी दोनों की साझेदारी है। पहला टाइम निकल गया कि जिथे औरत सारा दिन घर दे काम करती सी ते आदमी बाहर काम करता सी ते कहते सी कि औरत सिर्फ भांडे मांजदी है। नहीं, अज दे विच मैं जिथों तक देख रही हूँ साडी जनरेशन हसबैंड वाइफ दोनों मिल के घर का काम भी करते हैं। सो दिस इज नॉट अ राइट थिंग कि औरत सिर्फ भांडे ही मांजदी है ते मर्द सिर्फ बाहर ही काम करता है। दोनों इक्वली हर पासे काम कर रहे हैं, घर भी कर रहे हैं। मैं देखा कि मैंस भी अगर ब्रेकफास्ट बना रहा है तो औरत लंच बना रही। बहुत सारी फैमिलीज में देखा अज की जी पीढ़ी है काफ़ी जागरूक हो चुकी है इसनों लैके। थोड़ी जी कमी रह गई है, चलो परमात्मा की मेहर के नाल अगों भी सब सही हो जाए। जिथे साडा कानून अगर सही हो जाए तो सारा कुछ ही सही हो जाएगा। ते तीसरा गल कि दोनों लिए जस्टिस होना चाहिए। कोर्ट सैल अगर बनया तो उसनों इस अजिहे तरीके नाल काम करना चाहिए कि जनता का विश्वास बढ़े, ना वो वोमेन सैल च जान ना वो मैन सैल च जान, दोनों एक ही सैल दे विच आण ते दोनों दे नाल जस्टिस होवे ते दोनों विचों किसी दी पैसे दी या पार्टी दी पहुंच ना देखी जावे, गलती देखी जाए अते उसकी सजा मौके दे उत्ते दित्ती जावे, ना कि 4-4 5-5 साल केस लटका के। सो इस बाद बहुत बहुत थैंक्स डिम्बी ते सुखबीर जी। मैं चाहांगी कि तुसी कुछ न्यू बारे दसो, जिस तरह तुसी दस रहे सी कि अगर कोई साडे इत्थे देसी कम्युनिटी हैगी है कि वो कार चलाਉਂਦੇ पकड़िया जाता है, किसी तरीके दे नाल कोई पुलिस वालों ਉਹਦੇ ਨਾਲ कोई कार्रवाई होंदी है तो घबरा जाता है। सो इस विषय ते तुसी जरूर दसो कुछ। हाँ जी, थैंक यू जी। काफी चिर तो मेरे मन ਦੇ ख्याल आ रहा ਸੀਗਾ कि ਬਈ ਉਹ ਮੇਰੇ ਦੇਖਣ ਤੇ, ਕਿਉਂਕਿ ਇੱਥੇ ਜਿਹੜੇ ਕ੍ਰਿਮੀਨਲ ਕੇਸਿਸ ਜਿਹੜੇ ਹੈਗੇ ਨੇ ਯੂਐਸ ਦੇ ਵਿੱਚ, ਪਾਰਟਿਕੂਲਰਲੀ ਨਿਊਯਾਰਕ ਦੇ ਵਿੱਚ, ਜਾਂ ਚਲੋ ਯੂਐਸ ਤੇ ਹੀ ਲਾ ਲਓ ਆਪਣਾ, ਕਿਉਂਕਿ ਇੱਥੇ ਥੋੜਾ ਲਾਜ਼ ਡਿਫਰੈਂਟ ਹੈਗੇ ਨੇ ਇੰਡੀਆ ਦੇ ਨਾਲੋਂ। ਕੁਝ ਐਸੀਆਂ ਗੱਲਾਂ ਹੈਗੀਆਂ ਜਿਹੜੀਆਂ ਸਾਡੇ ਡੀਐਸਪੋਰਾ ਨੂੰ, ਸਾਡੇ ਬੰਦਿਆਂ ਨੂੰ, ਲੋਕਾਂ ਨੂੰ, ਕਲਚਰਲ ਲੋਕਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਕਿ ਬਈ ਸਾਡੇ ਲਾਜ਼ ਕੀ ਨੇ। ਦੇਖਣ ਦੇ ਵਿੱਚ ਇਸ ਤਰ੍ਹਾਂ ਆਇਆ ਹੈਗਾ ਕਿ ਕਈ ਵਾਰ ਪੁਲਿਸ ਜਦੋਂ ਤੁਹਾਨੂੰ ਅਪਰੋਚ ਕਰਦੀ ਹੈ, ਗੱਲਬਾਤ ਕਰਦੀ ਹੈ, ਜਾਂ ਤੁਹਾਨੂੰ ਲੱਗਦਾ ਕਿ ਵੀ ਅਰੈਸਟ ਕਰਨ ਵਾਲੀ ਤੁਹਾਨੂੰ, ਅਤੇ ਸਾਡੇ ਬੰਦੇ ਕੀ ਕਰਦੇ ਨੇ ਕਿ ਉਹ ਪੁਲਿਸ ਨੂੰ ਬੋਲ ਪੈਂਦੇ ਨੇ, ਦੱਸ ਦਿੰਦੇ ਨੇ ਇਨ ਹੋਪਸ ਕਿ ਵੀ ਪੁਲਿਸ ਵਾਲਾ ਮੈਨੂੰ ਮੇਰੀ ਹੈਲਪ ਕਰੇਗਾ। ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਪੁਲਿਸ ਦੇ ਨਾਲ ਗੱਲ ਨਾ ਕਰੋ, ਪਰ ਇਹ ਜਾਣੋ ਕਿ ਤੁਹਾਡੇ ਰਾਈਟਸ ਨੇ। ਤੁਹਾਡੇ ਰਾਈਟਸ ਅਗੇਨ, ਯੂ ਹੈਵ ਅ ਰਾਈਟ ਟੂ ਰਿਮੇਨ ਸਾਇਲੈਂਟ। ਨੰਬਰ 1, ਇਹ ਨਾ ਸੋਚੋ ਕਿ ਮੈਨੂੰ ਬੋਲਣਾ ਹੀ ਪਏਗਾ। ਕਈ ਲੋਕੀ ਇਹ ਸੋਚਦੇ ਨੇ ਕਿ ਪੁਲਿਸ ਵਾਲਾ ਮੈਨੂੰ ਕੋਈ ਪੁੱਛ ਰਿਹਾ ਤੇ ਮੈਨੂੰ ਇਹਦਾ ਜਵਾਬ ਦੇਣਾ ਹੀ ਪਏਗਾ। ਯੂ ਡੋਂਟ ਹੈਵ ਟੂ, ਯੂ ਹੈਵ ਅ ਰਾਈਟ ਟੂ ਰਿਮੇਨ ਸਾਇਲੈਂਟ। ਤੁਸੀਂ ਚੁੱਪ ਰਹਿ ਸਕਦੇ ਹੈਗੇ ਹੋ। ਐਨੀਥਿੰਗ ਯੂ ਸੇ ਕੈਨ ਬੀ ਯੂਜ਼ਡ ਅਗੇਂਸਟ ਯੂ ਇਨ ਅ ਕੋਰਟ ਆਫ ਲਾਅ। ਫਿਰ ਸਾਡੇ ਬੰਦੇ ਜਿਹੜੇ ਹੈਗੇ ਨੇ, ਜਦੋਂ ਪੁਲਿਸ ਵਾਲਾ ਕੋਈ ਪੁੱਛਦਾ ਹੈ, ਇਨਵੈਸਟੀਗੇਟ ਕਰ ਰਿਹਾ ਹੁੰਦਾ, ਤੇ ਉਹਨੂੰ ਚੱਕ ਕੇ ਉਹ ਬੋਲ ਦਿੰਦੇ ਨੇ ਕਿ ਵੀ ਏਦਾਂ ਏਦਾਂ ਕਿ ਸ਼ਾਇਦ ਮੇਰੀ ਹੈਲਪ ਕਰੇਗਾ, ਮੈਨੂੰ ਛੱਡ ਦੇਗਾ, ਜਾਣ ਦੇਗਾ। ਭੁਲੇਖੇ ਦੇ ਵਿੱਚ ਹੁੰਦੇ ਨੇ। ਇਹ ਇਸ ਤਰ੍ਹਾਂ ਨਹੀਂ ਗੱਲਾਂ ਚੱਲਦੀਆਂ। ਜਿਹੜਾ ਪੁਲਿਸ ਵਾਲਾ ਹੈ ਉਹਨੇ ਤੁਹਾਡੀ ਇੱਕ ਇੱਕ ਗੱਲ ਨੋਟ ਕਰਨੀ ਆ, ਨੋਟ ਕਰਕੇ ਉਹ ਚੀਜ਼ਾਂ ਜਿਹੜੀਆਂ ਉਹਨੇ ਬਾਈ ਲਾਅ ਉਹਨੇ ਪ੍ਰੋਸੀਕਿਊਟਰ ਨੂੰ ਉਹ ਦੱਸਣੀਆਂ ਹੀ ਦੱਸਣੀਆਂ ਕਿ ਏਦਾਂ ਇਹਨੇ ਮੈਨੂੰ ਕਿਹਾ ਸੀ, ਆਹ ਗੱਲ ਕੀਤੀ ਸੀ, ਇਸ ਤਰ੍ਹਾਂ। ਪੁਲਿਸ ਵਾਲੇ ਕੋਲ ਆਪਣੇ ਲੈਵਲ ਦੇ ਉੱਤੇ ਉਹ ਕੋਈ ਚ ਨਹੀਂ ਏਦਾਂ ਛੱਡ ਸਕਦਾ ਜਾਂ ਕੁਝ ਕਰ ਸਕਦਾ ਹੈਗਾ। ਉਹ ਅੱਗੇ ਉਹਨੇ ਪ੍ਰੋਸੀਕਿਊਟਰ ਨੂੰ, ਸਟੇਟ ਦਾ ਜਿਹੜਾ ਪ੍ਰੋਸੀਕਿਊਟਰ ਹੈ, ਉਹ ਦੱਸਣੀਆਂ ਹੁੰਦੀਆਂ। ਸੋ ਅਸੀਂ ਆਪਣੇ ਵੱਲੋਂ, ਔਰ ਜੇ ਤੁਸੀਂ ਕੋਈ ਉਹਨੂੰ ਕੋਈ ਗੱਲ ਏਦਾਂ ਵੀ ਦੱਸਦੇ ਹੋ, ਮੈਂ ਫਿਰ ਇਹ ਕਹਿ ਰਿਹਾ ਕਿ ਵੀ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਗੱਲ ਨਾ ਕਰੋ, ਸੱਚ ਨਾ ਬੋਲੋ, ਦੱਸੋ ਨਾ, ਪਰ ਜੇ ਤੁਸੀਂ ਉਹ ਦੱਸਦੇ ਹੋ ਤਾਂ ਇਹ ਜਾਣ ਲਿਓ ਕਿ ਉਹ ਸਿਰਫ ਪੁਲਿਸ ਵਾਲੇ ਤੱਕ ਸੀਮਤ ਨਹੀਂ ਰਹੇਗੀ ਗੱਲ, ਉਹ ਅੱਗੇ ਜ਼ਰੂਰ ਜਾਂਦੀ ਹੈ ਗੱਲ, ਔਰ ਉਹ ਚੀਜ਼ ਤੁਹਾਡੇ ਤੇ ਯੂਜ਼ ਵੀ ਕੀਤੀ ਜਾ ਸਕਦੀ ਤੁਹਾਡੇ ਅਗੇਂਸਟ ਕੱਲ ਨੂੰ। ਇਹ ਚੀਜ਼ ਵੀ ਜਾਣ ਲਿਓ। ਸੋ ਇਹ ਬੜੀ ਇੰਪੋਰਟੈਂਟ ਚੀਜ਼ ਹੈਗੀ ਹੈ। ਇਹ ਮਨ ਦੇ ਵਿੱਚੋਂ ਭੁਲੇਖਾ ਕੱਢਣਾ ਕਿ ਜੇ ਮੈਂ ਬੋਲ ਪਵਾਂਗਾ ਹੁਣ ਤੇ ਸ਼ਾਇਦ ਪੁਲਿਸ ਵਾਲਾ ਸਾਡੀ ਮਦਦ ਕਰ ਦੂਗਾ, ਮੈਨੂੰ ਛੱਡ ਦੂਗਾ, ਏਦਾਂ ਇਹ ਆਲਵੇਜ਼ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ।
ਦੂਸਰੇ ਜਿਹੜੇ ਰਾਈਟਸ ਹੈਗੇ ਨੇ ਤੁਹਾਨੂੰ, ਜੇ ਕੋਈ ਪੁਲਿਸ ਵਾਲਾ ਜੇ ਕੋਈ ਰੋਕ ਰਿਹਾ ਰੋਕੀ ਹੈ ਤੁਹਾਨੂੰ ਕਾਰ ਦੇ ਵਿੱਚ ਚਲਾਉਂਦੇ ਨੂੰ ਰੋਕਿਆ, ਤੇ ਉਹ ਇੱਕ ਦੋ ਚੀਜ਼ਾਂ ਹੈਗੀਆਂ ਨੇ US ਲਾਅ ਦੇ ਵਿੱਚ, ਐਟਲੀਸਟ ਨਿਊਯਾਰਕ ਦੇ ਲਾਅ ਦੇ ਵਿੱਚ। ਇੱਕ ਹੁੰਦਾ ਪ੍ਰੋਬੇਬਲ ਕਾਜ਼, ਇੱਕ ਹੁੰਦਾ ਰੀਜ਼ਨੇਬਲ ਸਸਪੀਸ਼ਨ। ਪ੍ਰੋਬੇਬਲ ਕਾਜ਼ ਜਿਹੜਾ ਹੁੰਦਾ ਦਾ ਮਤਲਬ ਹੁੰਦਾ ਕਿ ਕੋਈ ਕਾਜ਼ ਹੈਗਾ, ਉਹਦੇ ਕੋਲ ਪੁਲਿਸ ਵਾਲੇ ਕੋਲ ਕਾਜ਼ ਹੋਣਾ ਚਾਹੀਦਾ ਹੈਗਾ ਕਿ ਜਿਸ ਦੇ ਕਾਰਨ ਉਸਨੇ ਤੁਹਾਡੀ ਗੱਡੀ ਰੋਕੀ ਹੈ। ਜੇ ਤੁਸੀਂ ਉਹਨੂੰ ਪੁੱਛੋ ਕਿ ਵੀ ਵਾਈ ਡਿਡ ਯੂ ਸਟਾਪ ਮੀ, ਤੇ ਹੀ ਸ਼ੁਡ ਆਰਟੀਕੂਲੇਟ, ਉਹਨੂੰ ਤੁਹਾਨੂੰ ਦੱਸਣਾ ਚਾਹੀਦਾ ਕਿ ਵੀ ਇਸ ਕਾਰਨ ਮੈਂ ਤੈਨੂੰ ਰੋਕਿਆ। ਉਹਨੂੰ ਕਹਿੰਦੇ ਪ੍ਰੋਬੇਬਲ ਕਾਜ਼। ਉਹ ਤੁਹਾਨੂੰ ਜੇ ਨਹੀਂ ਵੀ ਕਾਜ਼ ਹੈਗਾ, ਜੇ ਉਹਨੂੰ ਸਸਪੀਸ਼ਨ ਹੋ ਗਿਆ ਕਿ ਤੁਹਾਡੇ ਤੇ ਕਿ ਤੁਸੀਂ ਪੀ ਕੇ ਚਲਾ ਰਹੇ ਹੋ, ਜਾਂ ਤੁਹਾਡੇ ਕੋਲ ਡਰੱਗਸ ਹੈ, ਜਾਂ ਕੁਝ ਵੀ ਗਲਤ ਕੰਮ ਹੈਗਾ, ਕੁਝ ਵੀ ਹੋ ਰਿਹਾ ਹੈ, ਜਾਂ ਤੁਸੀਂ ਕੁਝ ਵੀ ਕੀਤਾ ਹੈਗਾ, ਜੇ ਉਹਨੂੰ ਸਸਪੀਸ਼ਨ ਵੀ ਹੁੰਦਾ ਹੈ, ਉਹ ਤਾਂ ਵੀ ਤੁਹਾਨੂੰ ਰੋਕ ਸਕਦਾ ਹੈ। ਬਟ ਇਟ ਹੈਜ਼ ਟੂ ਬੀ ਰੀਜ਼ਨੇਬਲ, ਉਸਨੂੰ ਕਹਿੰਦੇ ਨੇ ਰੀਜ਼ਨੇਬਲ ਸਸਪੀਸ਼ਨ। ਪਰ ਜੇ ਦੋਨੋਂ ਹੀ ਚੀਜ਼ਾਂ ਨਹੀਂ ਹੈਗੀਆਂ ਤੇ ਫਿਰ ਉਹ ਤੁਹਾਨੂੰ ਲੀਗਲੀ ਨਹੀਂ ਰੋਕ ਸਕਦਾ। US ਦੇ ਵਿੱਚ ਕਦੀ ਵੀ ਨਹੀਂ ਰੋਕ ਸਕਦਾ। ਦੂਸਰਾ ਗੱਲ ਹੈਗਾ, ਕਾਰ ਦੇ ਵਿੱਚ ਉਹ ਤੁਹਾਡੇ ਹੱਥ ਨਹੀਂ ਪਾ ਸਕਦਾ। ਇਸ ਤਰ੍ਹਾਂ ਕਾਰ ਤੁਹਾਡੀ ਹੈ, ਵਾਰੰਟ ਚਾਹੀਦਾ ਉਹਨੂੰ ਪਾਉਣ ਨੂੰ। ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਹੈਗਾ, ਅਨਲੈਸ ਕਿ ਪ੍ਰੋਬੇਬਲ ਕਾਜ਼ ਹੈਗਾ ਸਰਚ ਕਰਨ ਵਾਸਤੇ, ਸਰਚ ਐਂਡ ਸੀਜ਼ਰ ਕਰਨ ਵਾਸਤੇ ਤੁਹਾਡੀ ਕਾਰ ਨੂੰ, ਕਿ ਵੀ ਉਹਨੂੰ ਜਾਂ ਤਾਂ ਨਜ਼ਰ ਆਇਆ ਕੁਛ, ਜਾਂ ਉਹਨੂੰ ਕਿਸੇ ਨੇ ਪਹਿਲੇ ਦੱਸਿਆ ਜਾਂ ਇਤਲਾਹ ਮਿਲੀ ਹੈ ਕਿ ਵੀ ਤੁਹਾਡੀ ਕਾਰ ਦੇ ਵਿੱਚ ਕੋਈ ਇਸ ਤਰ੍ਹਾਂ ਹੈਗਾ। ਸੋ ਇਹ ਸਾਰੇ ਲਾਜ਼ ਹੈਗੇ ਨੇ ਜਿਹੜੇ ਸਾਨੂੰ ਆਪਣੇ ਆਪ ਨੂੰ ਜਾਣੂ ਕਰਾਉਣਾ ਚਾਹੀਦਾ ਹੈਗਾ। ਸਮਾਂ ਇੱਥੇ ਥੋੜਾ ਹੈਗਾ ਇਸ ਸ਼ੋਅ ਦੇ ਵਿੱਚ, ਮੈਂ ਜ਼ਿਆਦਾ ਸਮਾਂ ਨਾ ਲੈਂਦਿਆਂ ਹੋਇਆਂ ਪ੍ਰੀਤਪਾਲ ਜੀ ਤੁਹਾਨੂੰ ਵਾਪਸ ਦੇ ਰਿਹਾ ਹਾਂ ਜੀ। ਥੈਂਕ ਯੂ ਸੋ ਮਚ ਸੁਖਬੀਰ ਜੀ, ਬਹੁਤ ਸੋਹਣੀ ਜਾਣਕਾਰੀ ਤੁਸੀਂ ਦਿੱਤੀ। ਸੋ ਪ੍ਰਭਜੋਤ ਜੀ, ਮਨੋਜ ਜੀ, ਮੈਂ ਜਿਨ੍ਹਾਂ ਦੇ ਨਾਮ ਸਕਰੋਲ ਨਹੀਂ ਕਰ ਪਾ ਰਹੀ ਨੀਚੇ ਬਹੁਤ ਸਾਰੇ, ਸੋ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਵਾਚ ਕਰਨ ਲਈ। ਪਲੀਜ਼ ਜਿਹੜੇ ਬਾਅਦ ਵੀ ਦੇਖਣ ਨੂੰ ਪ੍ਰੋਗਰਾਮ ਨੂੰ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਆਪਣੀ ਇਸ ਜਾਣਕਾਰੀ ਦਾ ਵੀ ਫਾਇਦਾ ਉਠਾ ਸਕਣ। ਸੋ ਥੈਂਕ ਯੂ ਸੋ ਮਚ ਡਿੰਪੀ ਜੀ, ਤੁਸੀਂ ਬਹੁਤ ਸੋਹਣੀ ਐਕਸਪਲੇਨੇਸ਼ਨ ਕੀਤੀ ਹੈਗੀ। ਸੁਖਬੀਰ ਜੀ ਬਹੁਤ ਸੋਹਣੀ ਤੁਸੀਂ ਵਿਆਖਿਆ ਗੁਰਬਾਣੀ ਰਾਹੀਂ ਕੀਤੀ ਹੈ। ਸੋ ਥੈਂਕ ਯੂ ਸੋ ਮਚ ਫॉर ਜੁਆਇਨਿੰਗ। ਤੇ ਇਸੇ ਦੇ ਨਾਲ ਹੀ ਅਸੀਂ ਪ੍ਰੋਗਰਾਮ ਖਤਮ ਕਰਦੇ ਹਾਂ। ਇਸੇ ਰਿਕਵੈਸਟ ਦੇ ਨਾਲ, ਚਾਹੇ ਉਹ US ਗਵਰਨਮੈਂਟ ਹੈ ਜਾਂ ਇੰਡੀਅਨ ਗਵਰਨਮੈਂਟਸ ਹੈ, ਕਿ ਇੱਕ ਸੈੱਲ ਇਸ ਤਰ੍ਹਾਂ ਦਾ ਹੋਵੇ ਕਿ ਜਿੱਥੇ ਮੈਨਸ ਵੂਮੈਨਸ ਦੀ ਬਿਨਾਂ ਕਿਸੇ ਪੱਖਪਾਤ ਤੋਂ ਦੋਨਾਂ ਦੀ ਬਰਾਬਰ ਸੁਣਵਾਈ ਹੋਵੇ, ਬਰਾਬਰ ਉਹਨਾਂ ਨੂੰ ਹੱਕ ਦਿੱਤੇ ਜਾਣ, ਬਰਾਬਰ ਉਹਨਾਂ ਦੇ ਰਾਈਟਸ ਹੋਣ, ਅਤੇ ਕੋਈ ਵੀ ਪੈਸੇ ਦੀ ਪਹੁੰਚ ਜਾਂ ਪਾਰਟੀ ਦੀ ਪਹੁੰਚ ਕੰਮ ਨਾ ਕਰੇ, ਰਿਸ਼ਵਤਬਾਜ਼ੀ ਕੰਮ ਨਾ ਕਰੇ, ਨਿਆਂ ਹੋਵੇ ਤੇ ਨਿਆਂ ਪ੍ਰਣਾਲੀ ਜਿਹੜੀ ਹੈ ਮਜ਼ਬੂਤ ਤੇ ਸੁਰੱਖਿਅਤ ਹੋਵੇ ਤੇ ਪ੍ਰਾਈਵੇਸੀ ਹੋਵੇ, ਜਿੱਥੇ ਕੋਈ ਵੀ ਮੇਰੀ ਭੈਣ ਜਿਹੜੀ ਹੈ ਉਹ ਸ਼ਰਮਾਵੇ ਨਾ ਕਿ ਮੈਂ ਗੱਲ ਕਰਾਂ ਤੇ ਕਿਤੇ ਮੇਰੀ ਗੱਲ ਲੋਕਾਂ ਤੱਕ ਪਹੁੰਚੇ, ਤੇ ਕੋਈ ਵੀ ਮੇਰਾ ਵੀ ਇਹ ਨਾ ਡਰੇ ਕਿ ਮੈਂ ਅਗਰ ਆਪਣਾ ਕੇਸ ਲੈ ਕੇ ਜਾਵਾਂ ਤੇ ਮੇਰੀ ਕੋਈ ਬਦਨਾਮੀ ਨਾ ਹੋ। ਸੋ ਇਸ ਤਰ੍ਹਾਂ ਦੀ ਇੱਕ ਪ੍ਰਾਈਵੇਸੀ ਵਾਲੀ ਸੁਰੱਖਿਅਤ ਮਜ਼ਬੂਤ ਨਿਆਂ ਪ੍ਰਣਾਲੀ ਹੋਣੀ ਚਾਹੀਦੀ ਹੈ, ਚਾਹੇ ਉਹ ਕੋਈ ਵੀ ਕੰਟਰੀ ਹੈ। ਦੋਨਾਂ ਦੀ ਸੇਫਟੀ ਹੋਣੀ ਚਾਹੀਦੀ ਹੈ ਮੌਜੂਦਾ ਸਮੇਂ ਨੂੰ ਵੇਖਦੇ ਹੋ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਚ ਕਰਨ ਲਈ। ਜਿਹੜੇ ਬਾਅਦ 'ਚ ਵੀ ਦੇਖਣਗੇ ਉਹਨਾਂ ਦਾ ਵੀ ਧੰਨਵਾਦ। ਸੋ ਥੈਂਕ ਯੂ ਸੋ ਮਚ ਸੁਖਬੀਰ ਜੀ, ਥੈਂਕ ਯੂ ਸੋ ਮਚ ਡਾਕਟਰ ਡਿੰਪੀ। ਫਿਰ ਮਿਲਾਂਗੇ ਨਵੇਂ ਵਿਸ਼ੇ ਦੇ ਨਾਲ। ਧੰਨਵਾਦ ਸਾਰਿਆਂ ਦਾ। ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ। Thank you, ma'am. Thank you so much. Thank you, sir. Thank you, Dimpy. Thank you, ma'am. So much. ਪ੍ਰੀਤਨਾਮਾ ਟੀਵੀ ਨਾਲ ਜੁੜਨ ਲਈ ਤੇ ਆਪਣੇ ਕਾਰੋਬਾਰ ਸੰਬੰਧੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ preetnamausa@gmail.com।